Welcome everyone, I am Vishal Sood. Today I am bringing this wonderful new series, Believers and Achievers for Everyone. And the first guest we have today is Mr. Simarjit Singh. Welcome Simar. And I think he truly fits that name. He's a young person. He was Forbes 30 under 30. He was and he still has a huge journey to move forward. So he's truly an achiever also, and he's a believer also. And today we have invited him not just to, list down his accomplishments, but to what lessons our youth, especially Punjabi youth, Simarjit to ਕੀ ਸਿੱਖ ਸਕਦਾ ਹੈ, what he has achieved in his life, how he has achieved those things. ਸਾਡਾ ਪੰਜਾਬੀ youth ਕੀ ਸਿੱਖ ਸਕਦਾ ਹੈ, ਅੱਜ ਉਹ ਸਾਰੀ ਚੀਜ਼ ਨੂੰ ਅਸੀਂ ਸਿਮਰ ਨਾਲ ਡਿਸਕਸ ਕਰਾਂਗੇ. He is a very philosophical person. ਅਸੀਂ ਪਹਿਲਾਂ ਕਾਫੀ ਪੀਂਦੇ ਹੋਏ ਗੱਲ ਕਰਦੇ ਪਏ ਸੀ ਮੇਰੇ ਆਫਿਸ 'ਚ, and I'm sure the learning will be tremendous for everyone who watches this video. ਮੇਰਾ ਪਹਿਲਾ ਸਵਾਲ ਸਿਮਰ ਤੁਹਾਨੂੰ ਇਹ ਵਾ, what is your why? Why you come from a good business family? Hartek is a name, renowned name in this industry, and it is very easy, especially ਪੰਜਾਬੀ ਬੱਚੇ ਤੇ ਕਹਿੰਦੇ ਜੀ ਸਾਡੇ ਮਾਂ ਪਿਓ ਕੋਲ ਪੈਸਾ ਹੈਗਾ ਸੀ ਆਰਾਮ ਨਾਲ ਬਹਿ ਜਾਾਂਗੇ, to chart your own territory, to start Hartek Solar. So what is your why? What drives you? ਥੈਂਕ ਯੂ ਸੋ ਮਚ ਵਿਸ਼ਾਲ ਜੀ, ਤੁਸੀਂ ਬੁਲਾਇਆ ਇੱਥੇ ਐਂਡ ਤੁਸੀਂ ਫਿਲੋਸਫੀ ਦੀ ਗੱਲ ਕੀਤੀ, ਕੌਫੀ ਦੀ ਗੱਲ ਕੀਤੀ ਆ, ਬੜੇ ਇੰਪੋਰਟੈਂਟ ਚੀਜ਼ਾਂ ਹੈਗੀਆਂ, ਮੈਂ ਬਹੁਤ ਇੰਜੋਏ ਕਰਦਾ. ਇੱਕ ਨਾ ਕਿਤਾਬ ਵੀ ਹੈ, ਸਾਈਮਨ ਸਾਈਨਿਕ ਇੱਕ ਆਥਰ ਹੈ, ਮੈਂ ਬੜਾ ਫੋਲੋ ਕਰਦਾ ਸੀ, ਸਟਾਰਟ ਵਿਦ ਦ ਵਾਈ. ਐਂਡ ਜਦੋਂ ਅਸੀਂ ਵਾਈ ਦੀ ਗੱਲ ਕਰਦੇ ਹਾਂ ਐਂਡ ਕੋਈ ਵੀ ਚੀਜ਼ ਹੋਏ, ਮਤਲਬ ਡੇ ਟੂ ਡੇ ਲਾਈਫ 'ਚ ਵੀ ਹੋਏ, ਆਪਾਂ ਵਾਟ ਦੀ ਗੱਲ ਕਰਦੇ ਹਾਂ, ਹਾਊ ਦੀ ਗੱਲ ਕਰਦੇ, ਸਭ ਨੂੰ ਪਤਾ ਅਸੀਂ ਕੀ ਕਰਦੇ ਹਾਂ, ਸਭ ਨੂੰ ਪਤਾ ਅਸੀਂ ਕਿਵੇਂ ਕਰਦੇ ਹਾਂ, ਬਟ ਇਹ ਨਹੀਂ ਕਿਸੇ ਨੂੰ ਪਤਾ ਹੁੰਦਾ ਅਸੀਂ ਕਿਉਂ ਕਰਦੇ ਹਾਂ ਜੋ ਅਸੀਂ ਕਰਦੇ ਹਾਂ. ਐਂਡ ਦਿਸ ਵਾਜ਼ ਸਮਥਿੰਗ ਦੈਟ ਮੈਂ ਤੁਹਾਨੂੰ ਨਾਲ ਸ਼ੇਅਰ ਵੀ ਕਰ ਰਿਹਾ ਸੀਗਾ, ਦੈਟ ਮੇਰੀ ਜ਼ਿੰਦਗੀ 'ਚ ਨਾ ਉਹ ਵਾਈ ਇਹ ਨਹੀਂ ਹੁੰਦਾ ਵੀ ਤੁਸੀਂ ਉੱਠਦੇ ਹੋ ਤੁਹਾਨੂੰ ਪਤਾ ਲੱਗ ਗਿਆ ਵਾਈ ਕੀ ਹੈ, ਬਟ ਕੁਝ ਇੰਸਟੈਂਸਿਸ ਹੁੰਦੇ ਲਾਈਫ ਵਿੱਚ ਜਿਹੜੇ ਤੁਹਾਨੂੰ ਪੁਸ਼ ਕਰਦੇ ਉਹ ਵਾਈ ਵੱਲ. ਐਂਡ ਆਈ ਥਿੰਕ ਫॉर ਮੀ ਦੈਟ ਇੰਸਟੈਂਸ ਵਾਜ਼ ਦੈਟ ਮਾਈ ਮੀਟਿੰਗ ਵਿਦ ਡਾਕਟਰ APJ ਅਬਦੁਲ ਕਲਾਮ ਸਾਹਿਬ, ਰਾਈਟ. ਕਲਾਮ ਸਾਹਿਬ ਨੇ ਜੋ ਗੱਲਾਂ ਕਹੀਆਂ ਮੈਨੂੰ ਉਹ 2 ਮਿੰਟ ਦੀ ਇੰਟਰੈਕਸ਼ਨ ਵਿੱਚ pushed me towards that why. He talked about sustainable energy, he talked about a sustainable India, he talked about every household generating clean water, clean drinking water, clean energy. ਤੇ ਤੁਹਾਨੂੰ ਸਹੀ ਜੀ ਗੱਲ ਕਹਾਂ ਜੇ 21-22 ਸਾਲ ਦੇ ਬੱਚੇ ਨੂੰ ਸਸਟੇਨੇਬਲ ਦੇ ਮਤਲਬ ਵੀ ਨਹੀਂ ਹੁੰਦਾ ਪਤਾ, ਬਟ ਆਈ ਥਿੰਕ ਦੈਟ ਪੁਸ਼ਡ ਮੀ ਟੂਵਰਡਸ ਦੈਟ ਵਾਈ. ਐਂਡ ਆਈ ਥਿੰਕ ਫॉर ਮੀ ਟੂਡੇ ਜੋ ਅਸੀਂ ਕੰਮ ਰੀਨਿਊਏਬਲ એનર્ਜੀ 'ਚ ਵੀ ਕਰ ਰਹੇ ਹਾਂ, ਸਸਟੇਨੇਬਲ એનર્ਜੀ 'ਚ ਕੰਮ ਕਰ ਰਹੇ ਹਾਂ, ਤਾਂ ਵਾਈ ਇਜ਼ ਵੈਰੀ ਸਿੰਪਲ ਜੀ. ਅੱਜ ਜਦੋਂ 20 ਮੋਸਟ ਪੋਲਿਊਟਿਡ ਸਿਟੀਜ਼ ਪੂਰੀ ਦੁਨੀਆ ਦੀ 16 ਕਮ ਫਰੋਮ ਇੰਡੀਆ. ਪੂਰੇ ਦੁਨੀਆ ਵਿੱਚ ਅਗਰ 7 ਬਿਲੀਅਨ ਲੋਕ ਹੈਗੇ ਆ, 1 ਬਿਲੀਅਨ ਅੱਜ ਵੀ ਉਹਨਾਂ ਕੋਲ ਐਕਸੈਸ ਟੂ ਇਲੈਕਟ੍ਰੀਸਿਟੀ ਨਹੀਂ ਹੈ. ਐਂਡ ਸਟਿਲ ਵੀ ਟਾਕ ਅਬਾਊਟ ਇੰਟਾਈਟਲਮੈਂਟ, ਸਟਿਲ ਵੀ ਟਾਕਡ ਅਬਾਊਟ ਕਿ ਜੀ ਅਸੀਂ ਵਾਂਟਸ ਦੀ ਗੱਲ ਕਰਦੇ ਹਾਂ, ਅਸੀਂ ਨੀਡਸ ਦੀ ਗੱਲ ਕਰਦੇ ਹਾਂ. ਸੋ ਆਈ ਥਿੰਕ ਫॉर ਮੀ ਦੈਟ ਵਾਈ ਇਜ਼ ਦੈਟ ਜੋ ਇਹ ਕਲਾਈਮੇਟ ਨਾਲ ਹੋ ਰਿਹਾ, ਜੋ ਇਹ ਸਾਡੇ ਇਨਵਾਇਰਮੈਂਟ ਨਾਲ ਹੋ ਰਿਹਾ ਇਜ਼ ਕਿ ਮੈਨੂੰ ਨਾ, ਮੈਂ ਮਖੌਲ ਕਰਦਾ ਹੁੰਦਾ ਕਈ ਵਾਰ ਆਪਣੇ ਦੋਸਤਾਂ ਨਾਲ ਕਿ ਯਾਰ ਮੈਨੂੰ ਨਾ ਸਭ ਤੋਂ ਵੱਡਾ ਡਰ ਪਤਾ ਕੀ ਹੈ, ਮੈਨੂੰ ਡਰ ਇਹ ਲੱਗਦਾ ਕਿ ਅੱਜ ਨੂੰ 30 ਸਾਲਾਂ ਬਾਅਦ ਨਾ ਜੀ ਆਫਟਰ 30-40 ਈਅਰਸ ਸਾਡੇ ਗਾਹ ਨੂੰ ਬੱਚੇ ਹੋ ਜਾਣੇ ਆ, ਉੱਗੇ ਬੱਚੇ ਹੋ ਜਾਣੇ, ਉਹ ਇਹ ਨਾ ਕਹਿਣ ਵੀ ਤੁਸੀਂ ਕੁਛ ਨਹੀਂ ਕਰਿਆ ਆਪਣੇ ਟਾਈਮ. ਐਟਲੀਸਟ ਆਈ ਵਾਂਟ ਟੂ ਗਿਵ ਮਾਈ ਬੈਸਟ ਸ਼ਾਟ. ਮੈਂ ਚਾਹੁੰਦਾ, ਦਿਖ ਰਿਹਾ ਜੀ ਸਾਹਮਣੇ, ਇਟਸ ਫੈਕਟਸ, ਦਿਸ ਇਜ਼ ਨੋ ਲੋਂਗਰ ਏ ਹੋਕਸ ਹੈ ਨਾ, ਇਹ ਇਟ ਇਜ਼ ਅ ਫੈਕਟ. ਇਟ ਵਾਸ ਨੈਵਰ ਏ ਹੋਕਸ. ਹਾਂਜੀ, ਲੋਕ ਕਹਿੰਦੇ ਬੜੇ ਪਾਵਰਫੁਲ ਕੰਟਰੀਜ਼ ਦੇ ਕਈ ਬੰਦੇ ਬੋਲਦੇ ਸੀਗੇ ਵੀ ਜੀ ਹੋਕਸ ਹੈਗੇ ਆ ਕੁਛ ਹੈ, ਉਹਨਾਂ ਨੂੰ ਅੱਜ ਕਲੀਅਰ ਹੋ ਗਿਆ. ਅੱਜ ਕਲਾਈਮੇਟ ਦੀ ਗੱਲ ਕਰਦੇ ਹਾਂ, ਅੱਜ ਦੇ ਟਾਈਮ ਵਿੱਚ ਜੀ ਆਊਟ ਆਫ 7 ਬਿਲੀਅਨ ਪੀਪਲ 1 ਬਿਲੀਅਨ ਕੋਲ ਐਕਸੈਸ ਟੂ ਇਲੈਕਟ੍ਰੀਸਿਟੀ ਨਹੀਂ ਹੈ ਜੀ. 20 ਮਤਲਬ ਮੈਨੂੰ ਇਹ ਡਰ ਲੱਗਦਾ ਜੀ ਇੰਡੀਆ ਵਿੱਚ ਜੇ ਅਗਰ 15 ਅਸੀਂ ਬਾਹਰ ਲੁੱਕ ਐਟ ਦ ਏਅਰ ਦੈਟ ਵੀ ਆਰ ਬਰੀਥਿੰਗ. ਸੋ ਹਰ ਜ਼ਰੂਰੀ ਨਹੀਂ ਹੁੰਦਾ ਇੱਕ ਪ੍ਰੋਪੇਗੈਂਡਾ ਸਾਨੂੰ ਕਰਨਾ ਕਿ ਅਕਤੂਬਰ, ਨਵੰਬਰ, ਦਸੰਬਰ ਉਹ ਜੀ ਸਮੌਗ ਆ ਗਈ. ਇਹ ਸਮੌਗ ਤਾਂ ਪੂਰੇ ਸਾਲ ਹੀ ਹੈ, ਸਾਨੂੰ ਦਿਖਦੀ ਹੈ ਉਦੋਂ ਹੈ ਕਿਉਂਕਿ ਫੌਗ ਨਾਲ ਮਿਕਸ ਹੋ ਜਾਂਦੀ ਆ. ਸੋ ਆਈ ਥਿੰਕ ਦੈਟ ਇਜ਼ ਮਾਈ ਵਾਈ. ਆਈ ਡੋਂਟ ਵਾਂਟ ਕਿ ਅੱਜ ਨੂੰ 2050 ਵਿੱਚ ਮਾਈ ਚਿਲਡਰਨ ਔਰ ਦੇਅਰ ਚਿਲਡਰਨ ਡੋਂਟ ਸੇ ਯਾਰ ਸਿਮਰ ਤੂੰ ਨਹੀਂ ਕੁਛ ਕਰਿਆ. ਐਟਲੀਸਟ ਆਈ ਸ਼ੁਡ ਟਰਾਈ ਮਾਈ ਬੈਸਟ. ਦੇਖੋ ਜੀ ਯਾਰ ਐਬਸੋਲੂਟਲੀ ਕਮਿਊਨਿਟੀ ਸਾਡੀ ਹੈ, ਸਾਡਾ ਦੇਸ਼ ਹੈ, ਸਾਡਾ ਇਨਵਾਇਰਮੈਂਟ ਹੈ, ਸਾਡੀ ਕਮਿਊਨਿਟੀ. ਜੇ ਅਸੀਂ ਨਹੀਂ ਪਰਸਨਲ ਰਿਸਪੌਂਸਿਬਿਲਿਟੀ ਲਵਾਂਗੇ, who will take that? So ਮੇਰਾ ਤਾਂ ਬਹੁਤ ਕਲੀਅਰ ਹੈ ਜੀ ਉਹ ਫੋਕਸ. Simar, I was listening to you and you said one thing, wants versus needs, right? And I think what you are referring to is human greed and immediate gratification. ਤੇ ਸਾਡੇ ਗ੍ਰੰਥਾਂ 'ਚ ਵੀ ਹਮੇਸ਼ਾ ਲਿਖਿਆ ਗਿਆ ਸੈਕਰੀਫਾਈਸ ਦੀ ਗੱਲ ਕੀਤੀ ਗਈ ਹੈ. ਆਈ ਵਾਂਟ ਯੂ ਟੂ ਐਕਸਪਲੇਨ ਵਟ ਡੂ ਯੂ ਮੀਨ ਬਾਏ ਵਾਂਟ ਵਰਸਸ ਨੀਡ. ਰਾਈਟ. ਸੋ ਵਿਸ਼ਾਲ ਜੀ, ਮਤਲਬ ਐਜ਼ ਵੀ ਵਰ ਟਾਕਿੰਗ ਦੈਟ ਅੱਜ ਅਸੀਂ ਕਾਫੀ ਪੀ ਰਹੇ ਹਾਂ, ਠੀਕ ਹੈ ਜੀ, ਆਹ ਹੁਣ ਕਈਆਂ ਲਈ ਨੀਡ ਹੈ, ਕਈਆਂ ਲਈ ਵਾਂਟ ਹੈ. ਇਹ ਬੇਸਿਕਲੀ ਵਾਂਟ ਹੈ, ਬਟ
ਇੱਕ ਜਿਹੜਾ ਇੱਕ ਬੱਚਾ ਅੱਜ ਉਹਨੂੰ ਪਾਣੀ ਨਹੀਂ ਮਿਲ ਰਿਹਾ, ਉਹਨੂੰ ਕਲੀਨ ਡਰਿੰਕਿੰਗ ਵਾਟਰ ਨਹੀਂ ਮਿਲ ਰਿਹਾ, ਉਹ ਤੁਸੀਂ ਕੀ ਕਹੋਗੇ? ਦੈਟ ਇਜ਼ ਅ ਨੀਡ। ਅੱਜ ਕੱਪੜੇ ਪਾਣਾ, ਇੱਕ ਬੇਸਿਕ ਕੱਪੜੇ ਪਾਣਾ ਤੁਹਾਡੀ ਨੀਡ ਹੈ, ਬਟ ਤੁਸੀਂ ਆਨਲਾਈਨ ਕੱਪੜੇ ਮੰਗਾ ਰਹੇ ਹੋ, ਤੁਹਾਡੀ ਵਾਂਟ ਹੈ। ਉਹ 'ਤੇ ਆਈ ਹੈਵ ਐਬਸੋਲੂਟਲੀ ਨੋ ਪ੍ਰੋਬਲਮ, ਤੁਸੀਂ ਉਸ 'ਤੇ ਬਿਜ਼ਨਸਿਸ ਬਣਾਓ, ਟੈਕ ਬਿਜ਼ਨਸ ਬਣਾਓ, ਇਟਸ ਵੈਰੀ ਗੁੱਡ ਫॉर द ਕਮਿਊਨਿਟੀ, ਇਟਸ ਗੁੱਡ ਫॉर द ਇੰਟਾਇਰ ਇਕੋਸਿਸਟਮ। ਮੇਰਾ ਪੁਆਇੰਟ ਬੜਾ ਸਿੰਪਲ ਹੈ ਕਿ ਜੋ ਬੇਸਿਕ ਨੀਡਸ ਆ, ਉਹ ਗਾਣੇ ਹੈ ਨਹੀਂ ਸੀ ਪੁਰਾਣੇ, ਜੋ ਰੋਟੀ ਕੱਪੜਾ ਮਕਾਨ ਦੀ ਗੱਲ ਕਰਦੇ ਹੋ, ਤੁਹਾਡੇ ਨੀਡਸ ਹੀ ਰਹਿਣਗੇ। ਅਸੀਂ ਘਰ ਜਿੰਨਾ ਮਰਜ਼ੀ ਵੱਡਾ ਕਰ ਲਈਏ, ਅਸੀਂ ਪਾਸਤਾ ਜਿੰਨਾ ਮਰਜ਼ੀ ਖਾ ਲਈਏ, ਅਲਟੀਮੇਟਲੀ ਉਹ ਰੋਟੀ ਚਾਹੀਦੀ ਹੈ। ਅੱਜ ਦੇ ਟਾਈਮ ਵਿੱਚ ਐਜ਼ ਸਿੰਪਲ ਐਜ਼ ਕਲੀਨ ਏਅਰ ਸਾਨੂੰ ਅੱਜ ਨਹੀਂ ਮਿਲ ਰਹੀ, ਕਲੀਨ ਏਅਰ ਨਹੀਂ ਮਿਲ ਰਹੀ। ਇਨਵਾਇਰਮੈਂਟ ਵਿੱਚ ਇਹ ਨੀਡਸ ਹੈ ਸਾਡੀਆਂ, ਏਅਰ ਹੋ ਗਈ, ਪਾਣੀ ਹੋ ਗਿਆ। ਅੱਜ ਅਸੀਂ ਵੀ ਵਰ ਜਸਟ ਟਾਕਿੰਗ ਅਬਾਊਟ ਫੂਡ। ਮੈਂ ਮਤਲਬ ਤੁਹਾਡੇ ਮੀਡੀਅਮ ਤੋਂ ਮੈਂ ਆਈ ਵਾਂਟ ਟੂ ਰੀਚ ਆਊਟ ਟੂ ਪੀਪਲ, ਜਿਹੜੇ ਵੀ ਲੋਕ ਫੂਡ ਇੰਡਸਟਰੀ ਵਿੱਚ ਆਉਣਾ ਚਾਹ ਰਹੇ ਹਨ, ਜਿਹੜੇ ਵੀ ਲੋਕ ਇੱਕ ਆਰਗੈਨਿਕ ਦੀ ਸੀ ਗੱਲ ਕਰਦੇ। ਮੈਨੂੰ ਤਾਂ ਲੱਗਦਾ ਹੈ ਆਈ ਥਿੰਕ ਉਹ 50 ਸਾਲ ਪੁਰਾਣਾ ਸਾਨੂੰ ਇਹ ਜਨਰੇਸ਼ਨ ਨੂੰ ਕਰਨਾ ਪੈਣਾ, ਖੇਤੀ ਦੁਬਾਰਾ ਸਟਾਰਟ ਕਰਨੀ ਪੈਣੀ ਸਾਨੂੰ ਦੁਬਾਰਾ, ਜੋ ਅਸੀਂ ਖਾਣਾ ਖਾ ਰਹੇ ਹਾਂ। ਸੋ ਵਿਸ਼ਾਲ ਜੀ, ਇਟ ਇਜ਼ ਟਾਈਮ, ਮਤਲਬ ਤੁਸੀਂ ਮੈਨੂੰ ਵਾਈ ਦੀ ਗੱਲ ਪੁੱਛੀ, ਯੂ ਟਾਕਡ ਅਬਾਊਟ ਮਾਈ ਵਾਈ, ਦਿਸ ਇਜ਼ ਮਾਈ ਵਾਈ। ਦਿਸ ਇਜ਼ ਕਿ ਜੇ ਅਸੀਂ ਸਾਰੇ ਬੰਦੇ ਵਾਂਟਸ 'ਤੇ ਲੱਗ ਜਾਣ ਤਾਂ ਉਹ ਨੀਡਸ ਕੌਣ ਪੂਰੀ ਕਰੂਗਾ? ਸੋ ਐਂਡ ਵਾਂਟਸ basically, wants is not sustainable anyway. Earth has its own limitation, कि भी कितना provide कर सकते हैं। And if now what we are doing is we are consuming the needs of our future through our wants. है ना, साडी future generation ਦੀ needs ਨੂੰ ਅਸੀਂ ਆਪਾਂ ਅੱਜ consume ਕਰਦੇ ਪਏ। And ਇਹ ਨਹੀਂ ਕਿ ਮਤਲਬ ਕਈ ਵਾਰ ਕੀ ਹੁੰਦਾ ਹੈ ਕਿ ਵੈਨ ਯੂ ਸਪੀਕ ਸੋ ਮਚ ਔਨ ਦਿਸ, ਪੀਪਲ ਸਟਾਰਟ ਪਰਸੀਵਿੰਗ ਕਿ ਵਾਂਟਸ ਖਰਾਬ ਹੈ। ਵਾਂਟਸ ਦੇਖੋ, ਰਾਈਟ ਰੋਂਗ ਤਾਂ ਕੁਝ ਵੀ ਨਹੀਂ ਹੁੰਦਾ। ਆਇਨਸਟਾਈਨ ਦੀ ਰਿਲੇਟਿਵਿਟੀ ਥਿਊਰੀ ਕਹਿੰਦੀ ਹੈ ਕਿ ਐਵਰੀਥਿੰਗ ਇਜ਼ ਰਿਲੇਟਿਵ। ਤੁਹਾਡੇ ਹਿਸਾਬ ਨਾਲ ਉਹ ਗਲਤ ਹੋ ਸਕਦੀ, ਮੇਰੇ ਹਿਸਾਬ ਨਾਲ ਸਹੀ ਹੋ ਸਕਦੀ। ਸੋ ਨਥਿੰਗ ਇਜ਼ ਰਾਈਟ ਐਂਡ ਰੋਂਗ। ਆਈ ਐਮ ਜਸਟ ਸੇਇੰਗ ਕਿ ਜਿੰਨਾ ਫੋਕਸ ਵਾਂਟਸ 'ਤੇ ਦੇ ਰਿਹਾ, ਉਨਾ ਹੀ ਫੋਕਸ ਨੀਡਸ 'ਤੇ ਵੀ ਅਸੀਂ ਦਈਏ। ਮੋਰ ਸਟਾਰਟਅਪ ਸ਼ੁੱਡ ਬੀ ਬਿਲਡ, ਮੋਰ ਮਨੀ ਸ਼ੁੱਡ ਬੀ ਇਨਵੈਸਟਡ ਇਨ ਦਿਸ ਸੈਕਟਰ, ਸੋ ਦੈਟ ਜੋ ਤੁਸੀਂ ਗੱਲ ਬੋਲੀ ਹੈ ਕਿ ਆਉਣ ਵਾਲਾ ਜਿਹੜਾ ਟਾਈਮ ਹੈ, ਆਉਣ ਵਾਲਾ ਜਿਹੜਾ ਸਮਾਂ ਹੈ, ਦੈਟ ਸ਼ੁੱਡ ਬੀ ਸਸਟੇਨੇਬਲ ਜੀ ਫॉर द फ्यूचर। And एक और गल, again you are saying, I mean for your age, lot of wise things. You talked about clothing. Every day people are shopping online and every week they are buying something new. And no one, air pollution ਦੀ ਆਪਾਂ ਗੱਲ ਕਰਦੇ ਪਏ ਹਾਂ, ਪਰ clothing related ਜੋ pollution ਹੋ ਰਿਹਾ ਹੈ with so much of cheap fashion coming in and people buying so many clothes more beyond that. ਜਦੋਂ ਅਸੀਂ ਛੋਟੇ ਹੁੰਦੇ ਸੀ, ਦੀਵਾਲੀ ਤੇ ਇੱਕ ਵਾਰੀ ਕੱਪੜੇ ਮਿਲਦੇ ਸੀ, right? ਉਹ ਫਿਰ 2-4 ਚੀਜ਼ਾਂ ਹੁੰਦੀਆਂ ਸੀ, right? Now people have the entire wardrobes and rooms. Yeah, that itself is something which is not the need, which is the want, as you are saying. Vishal ji, I was reading a report, I think 4-5 years back, and I was shocked reading that report. ਸਾਨੂੰ ਲੱਗਦਾ ਸੀਗਾ ਕਿ ਜਿੰਨੇ ਵੀ pollution ਹੈ, this is the number one sector which is creating the pollution. I was thinking is the power sector, ਜਿਹੜੇ oil and gas ਤੋਂ raise ਕਰ ਰਹੇ हैं, or maybe the automobile sector because combustible ਗੱਡੀਆਂ ਚੱਲ ਰਹੀਆਂ। I was shocked ਕਿ fashion number 1 ਤੇ ਆਂਦਾ ਜੀ। Fashion is among the top 3 ਕਿ ਜੋ ਵੀ ਕਪੜਾ ਲੈਦਰ ਬਣਦਾ ਹੈ, ਜਿਵੇਂ ਬਣਦਾ ਹੈ ਚੀਜ਼ਾਂ, it is a harsh reality at the time which, and I think ਜਿੰਨਾ ਕੁ ਅਸੀਂ ਇਸ 'ਤੇ ਨਹੀਂ ਧਿਆਨ ਦੇਵਾਂਗੇ, ਐਂਡ ਆਈ ਫੀਲ ਜਿਵੇਂ ਤੁਸੀਂ ਬਿਲੀਵਰ ਐਂਡ ਅਚੀਵਰ ਦੀ ਗੱਲ ਕੀਤੀ, ਆਈ ਫੀਲ ਜਦ ਤੱਕ ਬੰਦਾ ਬਿਲੀਵ ਕਰਦਾ ਫਿਰ ਅਚੀਵ ਕਰਦਾ, ਐਂਡ ਸਿਮਿਲਰਲੀ ਜਦ ਤੱਕ ਬੰਦਾ ਕਨਵਰਸੇਸ਼ਨ ਸਟਾਰਟ ਨਹੀਂ ਕਰਦਾ, ਕਨਵਰਸੇਸ਼ਨ 'ਤੇ ਐਕਟ ਅਪਾਨ ਨਹੀਂ ਅਸੀਂ ਕਰ ਸਕਦੇ। ਸੋ ਆਈ ਥਿੰਕ ਇਟਸ ਵੈਰੀ ਇੰਪੋਰਟੈਂਟ, ਤੁਹਾਡੇ ਪਲੈਟਫਾਰਮ ਥਰੂ ਇੰਨੇ ਯੰਗਸਟਰ, ਇੰਨੇ ਲੋਕ ਜੁੜੇ ਹੋਏ ਆ, ਐਂਡ ਆਈ ਰੀਅਲੀ ਵਾਂਟ ਕਿ ਯਾਰ ਅਸੀਂ ਇਹ ਚੰਗੇ ਮੁੱਦੇ ਸਟਾਰਟ ਕਰੀਏ ਐਂਡ ਐਕਚੁਅਲੀ ਐਕਸ਼ਨ ਸਟਾਰਟ ਹੋਏ ਇਸ ਚੀਜ਼ਾਂ 'ਤੇ। Simar, as I was discussing, looking at you, I wished that I was also as responsible, as philosophical when I was a young guy. I was not that. And मैं आज, I've been into education and मैं इन्ने बच्चों ਨੂੰ आजकल talks देने जाना है. And what I feel कि आज साडी generation is not taking up that responsibility, and they are not even self-aware also. मैं जे ताड़ी journey वेखां, I want you to give them 2-3 key words or values ਜਿਹੜੇ ਉਸ ਉਹਨਾਂ ਨੂੰ ਲਾਈਫ 'ਚ ਸਕਸੈਸਫੁਲ ਵੀ ਬਣਾਉਣਗੇ ਤੇ ਇਨ ਅ ਸਸਟੇਨੇਬਲ ਮੈਨਰ। ਦੇਖੋ, ਆਈ ਥਿੰਕ ਸਕਸੈਸ, ਅਗਰ ਅਸੀਂ ਅਗੇਨ ਸਾਡੇ ਬਿਲਡ ਅਪ ਟੂ ਦਿਸ ਇੰਟਰਵਿਊ ਅਸੀਂ ਕਾਫੀ ਗੱਲਾਂ ਕੀਤੀਆਂ। ਆਈ ਥਿੰਕ ਸਕਸੈਸ ਇਜ਼ ਆਲਸੋ ਅ ਵੈਰੀ ਓਵਰਰੇਟਡ ਵਰਡ। ਮੈਂ ਜੋ ਪਰਸਨਲੀ ਆਈ ਫੀਲ ਦੈਟ ਹਰ ਬੰਦਾ ਹੀ ਸਕਸੈਸਫੁਲ ਹੋਣਾ ਚਾਹੁੰਦਾ ਹੈ, ਹਰ ਬੰਦਾ, ਬਟ ਆਈ ਥਿੰਕ ਦ ਕੀ ਵਰਡ ਇਨ ਅ ਕੁਐਸਚਨ ਇਜ਼ ਸਸਟੇਨੇਬਲ। ਇਜ਼ ਸਸਟੇਨ, ਕੈਨ ਯੂ ਸਸਟੇਨ ਦੈਟ ਸਕਸੈਸ ਫॉर द नेक्स्ट 50 years, ਰਾਈਟ? ਆਈ ਥਿੰਕ ਮੈਂ ਜਦੋਂ ਆਪਣੀ ਜਰਨੀ ਦੇਖਦਾ, ਐਂਡ May of 2022, I'll be completing 10 years in Hatek and in my journey of building the solar vertical, starting it. I feel that, I think 3 things, if I have to just black and white pani pen ki, I think the first is being absolutely aware. ਹੁਣ ਮੈਂ aware ਨੂੰ ਸਮਝਾਣਾ, aware ਦਾ ਮੇਰਾ ਮਤਲਬ ਕੀ ਹੈ। ਸੋ ਲੋਕ ਕਹਿੰਦੇ ਜੀ be humble, ਹੈ ਨਾ ਜੀ, ਆਪ ਸਿੱਖੀ 'ਚ ਵੀ ਲਿਖਿਆ ਜੀ, ਮਨ ਨੀਵਾ ਰੱਖੋ ਜੀ, ਮਤ ਉੱਚੀ ਰੱਖੋ, ਹੈ ਨਾ, ਹਿਊਮਿਲਿਟੀ ਰੱਖੋ। ਮੈਂ ਮੰਨਦਾ ਕਿ that is a by product। ਜਦ ਬੰਦਾ ਅਵੇਅਰ ਹੈ ਨਾ ਜੀ, ਅਸੀਂ ਅੱਜ ਇਹ ਸਟੂਡੀਓ 'ਚ ਬੈਠੇ ਹਾਂ, ਅਸੀਂ ਅਵੇਅਰ ਜਦ ਤੱਕ ਨਹੀਂ ਹੋਵਾਂਗੇ ਨਾ ਕਿ ਮੇਰੇ ਆਸ-ਪਾਸ ਕੌਣ ਬੈਠਾ ਹੈ,
मैं जब तक ये अवेयर नहीं होवांगा ना जी, आई एम अ इनसिग्निफिकेंट पार्टिकल इन दिस गैलेक्सी, माई अर्थ इज़ अ इनसिग्निफिकेंट पार्टिकल, मिंट लगूगा जी मुक्कन ਨੂੰ। जद अवेयरनेस तो ह्यूमिलिटी आती है, अवेयरनेस तो अंडरस्टैंडिंग आती है कि मैं कौन हाँ जी। अज नू टुडे वी आर, मतलब अगर असी लार्जर कॉन्टैक्सट में पाइए, एक बड़ी फेमस नासा की पिक आई सी जिहदे विच मिल्की वे की फोटो है, वो जी वो कहते जी टाइनी जिहड़ा ये पार्टिकल है ना, ये अर्थ है। एंड दैन तुहानूं परसपैक्टिव होर मिलता है दैट असी तो यार सोचते हैं असीं इत्थे राजे हैं, ऐसा कुछ भी नहीं है। So I think the first thing is being aware of the people that surround you, being appreciating कि अच्छा आसपास की awareness will lead to humility. This is something that is extremely important. And I think secondly is, and मैं एक गल ना जी, of course तुसी गल कर रहे हो about philosophy, about wisdom. I feel that giving back is a law, मतलब ਅਸੀਂ ਗੱਲ ਕਰ ਰਹੇ ਸੀਗੇ। ਐਂਡ ਅਸੀਂ ਜਦੋਂ ਨਿਊਟਨ ਦੇ ਥਰਡ ਲਾਅ ਬਾਰੇ ਵੀ ਗੱਲ ਕਰਦੇ, ਇਟ ਜਸਟ ਟੈਲਸ ਅਸ ਐਵਰੀ ਐਕਸ਼ਨ ਐਜ਼ ਇਕੁਅਲ ਰਿਐਕਸ਼ਨ, ਰਾਈਟ, ਇਕੁਅਲ ਆਪੋਜ਼ਿਟ ਰਿਐਕਸ਼ਨ। ਸੋ ਆਈ ਥਿੰਕ ਦੈਟ ਅ ਸੈਕੰਡ ਇੰਪੋਰਟੈਂਟ ਪੁਆਇੰਟ ਹੈ ਕਿ ਜੋ ਵੀ ਅਸੀਂ ਕੰਮ ਕਰ ਰਹੇ ਹਾਂ ਟੂਡੇ, ਗਿਵਿੰਗ ਬੈਕ ਟੂ ਦ ਕਮਿਊਨਿਟੀਜ਼, ਕਿ ਅਸੀਂ ਦਾਨ ਕਰਨਾ ਹੈ, ਉਹ ਦਾਨ ਇਹ ਵੀ ਤੁਸੀਂ ਗਿਵ ਬੈਕ ਹੀ ਕਰ ਰਹੇ ਹੋ। ਲਾਈਕ ਵੀ ਆਰ ਹੈਵਿੰਗ ਦਿਸ ਇੰਟਰੈਕਸ਼ਨ, ਅਗਰ ਇਹ ਲੱਖ ਬੱਚਾ ਸੁਣਦਾ ਹੈ ਉਹਦੇ ਚੋਂ ਇੱਕ ਬੱਚੇ ਨੂੰ ਵੀ ਆ ਜਾਂਦਾ ਹੈ, ਯੂ ਪੰਜਾਬ ਟੂਡੇ ਇਜ਼ ਗਿਵਨ ਬੈਕ ਇਟਸ ਵਰਕ। That is the whole idea of this conversation. So I think giving back is important. मतलब ਭਾਵੇਂ ਤੁਸੀਂ ਜੋ ਮਰਜ਼ੀ ਕਰੋ, give back your wisdom, give back, and I feel, and ਮੈਂ ਹੋਰ ਥੋੜਾ ਜਿਹਾ ਫਿਲੋਸਫੀਕਲ ਹੋਵਾਂਗਾ ਇਹਦੇ ਵਿੱਚ। ਆਈ ਫੀਲ ਅਗਰ ਅਸੀਂ ਫੰਡਾਮੈਂਟਲੀ ਦੇਖੀਏ, ਜੋ ਸਾਡਾ ਇੱਕ ਅਸੀਂ ਸਾਰੇ ਬਣੇ, ਸਾਡੇ ਸੈਲਸ ਹੈ, ਵੀ ਆਰ ਆਲ ਮੇਡ ਆਫ ਸੈਲਸ, ਹੈ ਨਾ। ਤੇ ਸੈਲਸ ਵਿੱਚ ਅਸੀਂ ਕਹਿੰਦੇ ਨਾ ਯਾਰ ਉਹ ਨਾ ਸਿਮਰ ਤੂੰ ਤਾਂ ਨਾ ਆਪਣੇ ਦਾਦੇ ਵਰਗੀ ਹਰਕਤ ਕਰਦਾ ਹੈ। ਉਹ ਕਿਉਂ ਬੋਲਦਾ ਕਿ ਯਾਰ ਉਹ ਜਿਹੜਾ ਸੈੱਲ ਵਿੱਚ ਜਿਹੜੀ ਇਨਫੋਰਮੇਸ਼ਨ ਸੀ ਉਹ ਕੀ ਹੈ, ਜੀਨਸ ਪਾਸ ਆਨ ਹੋ ਗਈ ਨਾ। ਸੋ ਇੱਕ ਅਗਰ ਸੈੱਲ ਦਾ ਫੰਡਾਮੈਂਟਲ ਪਰਪਸ ਆਫ ਲਾਈਫ ਇਜ਼ ਟੂ ਪਾਸ ਔਨ ਇਨਫੋਰਮੇਸ਼ਨ ਟੂ ਦੀ ਨੈਕਸਟ, ਤਾਂ ਸਾਡਾ ਵੀ ਕੰਮ ਉਹੀ ਹੋਣਾ ਚਾਹੀਦਾ। Absolutely. We are made of cells. So give back is not money. I think that is a wonderful take on things. Absolutely. So give back is not money. Give back is So it's not philosophy, it's biology. Absolutely. So let's the law please agree with biology, right? Absolutely. है ना जी, ਹੁਣ ਫੈਕਟ ਨੂੰ ਤੁਸੀਂ ਕਰ ਨਹੀਂ ਸਕਦੇ। ਇੱਕ ਸਿਮਰ ਤੁਸੀਂ ਬੜੀ ਵਧੀਆ ਗੱਲ ਕੀਤੀ ਕਿ ਬਈ ਵੀ ਆਰ ਜਸਟ ਅ ਟਾਈਨੀ ਸਪੈਕ, ਹੈ ਨਾ। ਤੇ ਇੱਥੇ ਤੇ ਲੋਕੀ 500 ਗਾਇਸ ਦੀ ਕੋਠੀ ਬਣਾ ਕੇ ਲੋਕੀ ਆਪਣੇ ਆਪ ਨੂੰ ਇੱਥੇ ਰਾਜਾ ਸਮਝਦੇ ਨੇ, ਐਂਡ ਦੇ ਲੂਜ਼ ਆਲ ਹਿਊਮਿਲਿਟੀ, ਆਲ ਰਿਸਪੈਕਟ ਫॉर ਪੀਪਲ ਅਰਾਊਂਡ them. ਤੇ ਸਿਮਰ ਜਸਟ ਟੂ ਟੇਕ ਯੂਰ ਪੁਆਇੰਟ, ਅਗੇਨ ਆਈ ਵੁੱਡ ਲਾਈਕ ਟੂ ਹੈਵ ਯੂਰ ਟੇਕ ਆਲਸੋ। ਹੁਣ ਅਵੇਅਰਨੈਸ ਦੇ ਵਿੱਚ ਸੈਲਫ ਅਵੇਅਰਨੈਸ ਵੀ ਬੜੀ ਕ੍ਰਿਟੀਕਲ ਹੈ। ਅੱਜ ਦਾ ਸਾਡਾ ਐਜੂਕੇਸ਼ਨ ਸਿਸਟਮ, ਰਾਈਟ, ਤੁਸੀਂ ਯੂ ਆਰ ਇਨਟੂ ਹਾਰਵਰਡ, ਰਾਈਟ, ਯੂ ਹੈਵ ਡਨ ਯੂਰ ਇੰਜੀਨੀਅਰਿੰਗ, ਤੁਹਾਨੂੰ ਮੈਥਸ ਇੱਕ ਸਬਜੈਕਟ ਲੈ ਲੈਣਾ ਜੇ ਤੁਸੀਂ ਬੜੇ ਲੋਕੀ ਡਰਦੇ ਨੇ। ਬੀਇੰਗ ਐਨ ਇੰਜੀਨੀਅਰ ਯੂ ਮਾਈਟ ਬੀ ਕੰਫਰਟੇਬਲ ਵਿਦ ਇਟ। ਮੈਥਸ ਦੇ ਵਿੱਚ ਕਿੰਨੀਆਂ ਨੋਟਬੁੱਕਸ ਭਰੀਆਂ ਹੋਣਗੀਆਂ ਤੁਸੀਂ ਬਚਪਨ ਤੋਂ ਲੈ ਕੇ ਹੁਣ ਤੱਕ? ਐਟਲੀਸਟ 100 ਯਾਦ ਵੀ ਨਹੀਂ ਹੋਣੀਆਂ, ਐਟਲੀਸਟ 100। ਮੈਂ ਕਹਿੰਦਾ ਪਿਆ ਸੇਇੰਗ ਦੈਟ ਯੂ ਹੈਡ ਗੁੱਡ ਟਾਈਮਸ, ਕਿ ਸਾਰਾ ਦਿਨ ਕਿਤਾਬਾਂ ਨਹੀਂ ਪੜ੍ਹਦੇ ਰਹੇ। ਪਰ ਅੱਜ ਸਾਡੇ ਬੱਚਿਆਂ ਨੂੰ ਕਿ ਅਸੀਂ ਇੱਕ ਵੀ ਕਿਤਾਬ ਉਹਦੇ ਆਪਣੇ ਉੱਤੇ ਭਰਨ ਨੂੰ ਕਹਿੰਦੇ ਹਾਂ। ਦੇ ਆਰ ਦੀ ਮੋਸਟ ਇੰਪੋਰਟੈਂਟ। ਸੈਲਫ ਅਵੇਅਰਨੈਸ ਕਿੱਥੋਂ ਆਏਗੀ? ਐਵਰੀਥਿੰਗ ਹੈਜ਼ ਟੂ ਸਟਾਰਟ ਵਿਦ ਸੈਲਫ ਅਵੇਅਰਨੈਸ, that who I am, what is my position, where I can contribute, right? So that self awareness is not being taught. ਜਦੋਂ self awareness ਆਏਗੀ ਨਾ, ਆਪਣੇ ਆਪ again through that route also humility ਵੀ ਆਏਗੀ। So what could be done ਕਿ ਵੀ ਆਪਾਂ ਸੇ ਬੱਚਿਆਂ ਨੂੰ, ਲੋਕਾਂ ਨੂੰ ਸੈਲਫ ਅਵੇਅਰ ਕਰੀਏ ਕਿ ਬਈ ਇਹ ਚੀਜ਼ਾਂ ਸਾਨੂੰ ਇੰਪੋਰਟੈਂਟ ਨੇ, ਆਪਣੇ ਵਿੱਚ ਇਨਕਲਕੇਟ ਕਰਨੀਆਂ, ਤੇ ਇਹ ਚੀਜ਼ਾਂ ਨਹੀਂ ਇੰਪੋਰਟੈਂਟ ਨੇ। ਹਾਊ ਡੂ ਵੀ ਗੋ ਅਬਾਊਟ ਇਟ? ਐਂਡ ਜਸਟ ਟੂ ਫਿਨਿਸ਼, ਜਿਵੇਂ ਜੋ 3 points, ਸੋ ਵਨ ਇਜ਼ ਸੈਲਫ ਅਵੇਅਰਨੈਸ ਜਿਹੜਾ ਤੁਸੀਂ, ਐਂਡ ਸੈਕੰਡ ਇਜ਼ ਗਿਵਿੰਗ ਬੈਕ, ਐਂਡ ਥਰਡ ਜਿਹੜਾ ਮੇਰਾ ਮਤਲਬ ਦਿਸ ਇਜ਼ ਐਕਸਟ੍ਰੀਮਲੀ ਕਲੋਜ਼ ਟੂ ਮਾਈ ਹਾਰਟ ਇਜ਼ ਅਨਲਰਨਿੰਗ। ਅਸੀਂ ਸਾਰੇ ਕਹਿੰਦੇ ਤੂੰ ਸਿੱਖ ਲੈ, ਸਭ ਨੂੰ ਕਹਿੰਦੇ ਰਹਿੰਦੇ। ਅਸੀਂ ਜਦੋਂ ਸਵੇਰ ਤੋਂ, ਹੈ ਨਾ, ਜਾਂ ਹੁਣ ਅਸੀਂ ਵੱਡੇ ਹੋ ਰਹੇ ਹਾਂ ਤਾਂ ਅਸੀਂ ਹੁਣ ਜੂਨੀਅਰਸ ਨੂੰ ਕਹਿਣ ਲੱਗ ਗਏ। ਪਹਿਲਾਂ ਅਸੀਂ ਛੋਟੇ ਸੀ ਤਾਂ ਮਾਂ ਪਿਓ ਕਹਿੰਦੇ ਸੀ ਜਾਂ ਵੱਡੇ ਕਹਿੰਦੇ ਸੀਗੇ। not learn, unlearn. कि जो असी सीख रहे हैं, बिकॉज वी लिव इन सच अ वोलाटाइल वर्ल्ड, सच अ अनसर्टन वर्ल्ड। 2 साल पहला विशाल जी जो स्किल्स ਤੁਹਾਡੇ ਔਰ ਮੇਰੇ ਸੀ ਅੱਜ ਉਹ ऑब्सोलीट हो चुकी हैं। ਅੱਜ ਉਹਦੀ ਲੋੜ ਨਹੀਂ ਹੈਗੀ ਅੱਜ ਸਕਿੱਲ ਦੀ, ਜੋ 10 ਸਾਲ ਪਹਿਲਾਂ ਤਾਂ ਮਤਲਬ ਵੀ ਟਾਕਿੰਗ ਆਲਮੋਸਟ 100 years back। ਸੋ ਆਈ ਥਿੰਕ ਅਨਲਰਨਿੰਗ ਇਜ਼ ਐਕਸਟ੍ਰੀਮਲੀ ਇੰਪੋਰਟੈਂਟ। ਉਹ 22 ਸਾਲ ਦਾ ਬੱਚਾ ਨੂੰ ਵੀ ਅਨਲਰਨ ਕਰਨਾ ਹੈ, ਔਰ ਉਹ 70 years ਦਾ ਜਿਹੜਾ ਇੱਕ ਅੱਜ ਕੋਈ ਪਰਸਨ ਹੈ ਉਹਨੂੰ ਵੀ ਅਨਲਰਨ ਕਰਨਾ। ਐਬਸੋਲੂਟਲੀ। ਆਈ ਥਿੰਕ ਥੀਸ ਆਰ ਦੀ 3 ਥਿੰਗਸ ਜਿਹੜੇ ਵੀ ਮੈਂ, ਜਿੰਨੇ ਵੀ ਯੰਗਸਟਰ ਸੁਣ ਰਹੇ ਹੈ, ਇਜ਼ ਸੈਲਫ ਅਵੇਅਰ, is giving back to the ecosystem where we belong, and third is please unlearn ਜਿੰਨਾ ਕੋਈ ਅਸੀਂ ਕਰ ਸਕਦੇ ਹਾਂ। ਦੇਖੋ ਤੁਸੀਂ ਨਾ ਇੱਕ ਬਹੁਤ ਇੰਪੋਰਟੈਂਟ ਪੁਆਇੰਟ ਐਂਡ ਕੀਤਾ ਹੈ, ਅਵੇਅਰਨੈਸ ਐਂਡ ਸੈਲਫ ਅਵੇਅਰਨੈਸ। ਐਂਡ ਆਈ ਫੀਲ ਦੈਟ ਜਦ ਅਸੀਂ ਅਵੇਅਰਨੈਸ ਕਰਾਂਗੇ ਉਸ ਤੋਂ ਬਾਅਦ ਸੈਲਫ ਇੰਟਰੋਸਪੈਕਸ਼ਨ ਆਏਗੀ, ਐਂਡ ਇਟਸ ਲਾਈਕ ਮੋਟੀਵੇਸ਼ਨ। ਲੋਕ ਕਹਿੰਦੇ ਜੀ ਮੈਂ ਨਾ can we disagree on the order? हाँ जी, can we disagree on the order? 100%, है ना, self awareness तो awareness 100%, है ना, 100%। okay, ਸੋ ਮੈਂ ਨਾ ਇਹਦੇ ਵਿੱਚ ਇਹਨੂੰ ਮੋਟੀਵੇਸ਼ਨ ਨਾਲ ਲਿੰਕ ਕਰਦਾ। ਸੋ ਮੈਂ ਨਾ ਆਪਣੇ ਆਪ ਨੂੰ, ਜਿਵੇਂ ਹੁੰਦਾ ਨਾ ਜੀ ਇੱਕ ਸੈਲਫ ਇੱਕ ਆ ਜਾਂਦੀ ਹੈ, ਅੱਛਾ ਮੈਨੂੰ ਹੁਣ ਲੋਕ ਬੁਲਾਉਣ ਲੱਗ ਗਏ, ਕਾਲਜ ਜਾਣ ਲੱਗ ਗਏ, ਤਾਂ ਨਾ ਮੈਂ 2017-18 ਵਿੱਚ ਨਾ ਆਪਣੀ ਬਾਇਓ 'ਚ ਨਾ ਮੋਟੀਵੇਸ਼ਨ ਸਪੀਕਰ ਲਿਖਿਆ, ਐਂਡ 2020 ਨਾ ਮੈਂ ਮੋਟੀਵੇਸ਼ਨ ਸਪੀਕਰ ਹਟਾਤਾ, ਕੁਛ ਨਹੀਂ ਲਿਖਿਆ। ਹਾਂ, ਉਸ 'ਤੇ somebody asked me,
ਤੇ ਮੈਨੂੰ ਨਾ ਰਿਅਲਾਈਜ਼ ਹੋਇਆ ਕੋਵਿਡ ਟਾਈਮਸ ਤੇ ਕਿ ਯਾਰ ਮੋਟੀਵੇਸ਼ਨ ਅਸੀਂ ਪੜ੍ਹਦੇ ਸੀ ਦੋ ਤਰੀਕੇ ਦੀ ਹੈ, ਇੱਕ ਇੰਟਰਨਲ ਹੈ, ਇੱਕ ਐਕਸਟਰਨਲ ਹੈ। ਐਂਡ ਆਈ ਟਰੂਲੀ ਫੀਲ ਕੋਵਿਡ ਦੇ ਟਾਈਮ ਤੇ ਜਦੋਂ ਹੋਰ ਸੈਲਫ ਇੰਟਰੋਸਪੈਕਟ ਕੀਤਾ, ਸੈਲਫ ਅਵੇਅਰ ਹੋਏ ਕਿ ਮੋਟੀਵੇਸ਼ਨ ਅਸੀਂ ਜਾ ਕੇ ਨਾ ਆਪਣੀ ਈਗੋ ਨੂੰ ਬੂਸਟ ਕਰ ਰਹੇ ਹਾਂ ਵੀ 1000 ਬੱਚਾ ਸਾਨੂੰ ਸੁਣ ਰਿਹਾ, ਅਸੀਂ ਸੋਚ ਰਹੇ ਹਾਂ ਆਪਣੇ ਦਿਮਾਗ 'ਚ ਅਸੀਂ ਮੋਟੀਵੇਟ ਕਰ ਰਹੇ ਹਾਂ, ਬਟ ਦੈਟ ਇਜ਼ ਜਸਟ 1 hour ਆਫ ਮੋਟੀਵੇਸ਼ਨ। ਅਲਟੀਮੇਟਲੀ ਅਸੀਂ ਜਸਟ ਉਹਨੂੰ ਇੱਕ ਜ਼ਰੀਆ ਦੇ ਸਕਦੇ ਹਾਂ। We can open a door, it is locked from the inside. But and motivation, internal motivation is similar to self awareness. ਅਸੀਂ ਜਿੰਨਾ ਮਰਜ਼ੀ ਇੱਕ ਐਜ਼ ਸਿੰਪਲ ਐਜ਼ ਦੈਟ ਕਿਸੇ ਨੂੰ ਅਸੀਂ ਮੋਟੀਵੇਟ ਕਰਨਾ ਤੂੰ weight gain ਕਰ ਲੈ ਜਾਂ weight lose ਕਰ ਲੈ, ਰਾਈਟ। ਜਦ ਤੱਕ ਉਸ ਆਪ ਬੰਦੇ ਨੂੰ ਰਿਅਲਾਈਜ਼ ਨਹੀਂ ਹੁੰਦਾ ਨਾ ਕਿ ਮੈਂ ਇਹ weight loss ਮੈਨੂੰ ਜ਼ਰੂਰੀ ਹੈ, ਤਦ ਤੱਕ ਜਿੰਨੀ ਮਰਜ਼ੀ ਮੋਟੀਵੇਸ਼ਨਲ ਟਾਕਸ ਹੋ ਇੰਸਟਾ 'ਤੇ ਦੇਖ ਲੈ, ਫੇਸਬੁੱਕ 'ਤੇ ਦੇਖ ਲੈ, ਵੋਂਟ ਵਰਕ। ਆਈ ਫੀਲ ਦੈਟ ਅਵੇਅਰਨੈਸ, ਸੈਲਫ ਅਵੇਅਰਨੈਸ, ਤੁਹਾਡੀ ਗੱਲ ਬਿਲਕੁਲ ਸਹੀ ਹੈ। ਅਸੀਂ EQ, SQ, IQ ਦੀ ਗੱਲ ਕਰਦੇ ਹਾਂ, ਪੂਰੀ ਲਾਈਫ ਅਸੀਂ IQ ਦੀ ਗੱਲ ਕਰਦੇ ਰਹੇ ਹੈ ਨਾ। EQ ਹੁਣ ਆਉਣ ਲੱਗ ਗਿਆ, SQ ਤੇ ਗੱਲ ਹੀ ਨਹੀਂ ਕਰਦੇ। ਸੋ ਆਈ ਫੀਲ that self awareness is like internal motivation. It has to happen, but ਉਹ ਇੱਕ ਜਿਵੇਂ ਕਹਿੰਦੇ ਨਾ ਕਿ ਥੋੜਾ ਬਹੁਤ ਉਹਨੂੰ ਸਹੀ ਡਾਇਰੈਕਸ਼ਨ ਵਿੱਚ ਜਾਣਾ is very important, and that is, and ਤੁਸੀਂ ਐਜੂਕੇਸ਼ਨ ਦੀ ਗੱਲ ਕੀਤੀ, and I really feel that if these self assessments ਜਦ ਤੱਕ ਸਟਾਰਟ ਹੋਣਗੀਆਂ, HBS ਵਿੱਚ ਅਸੀਂ ਹਾਰਵਰਡ ਵਿੱਚ 80% of the times the professors tells us ਕਿ self introspect ਕਰੋ ਹਰ ਗੱਲ ਨੂੰ। ਅਸੀਂ ਕੋਈ ਕੁਐਸਚਨ ਵੀ ਪੁੱਛਦੇ ਨਾ, ਸਾਨੂੰ ਆਨਸਰ ਨਹੀਂ ਦਿੰਦੇ, ਸਾਨੂੰ ਕਹਿੰਦੇ what do you think। ਹੁਣ ਇਹ ਨਹੀਂ ਉਹ ਨੋਬਲ ਪ੍ਰਾਈਜ਼ ਵਿਨਰ ਬੰਦੇ ਬੈਠੇ ਆ, ਇਹ ਨਹੀਂ ਕਿ ਉਹਨਾਂ ਨੂੰ ਨਹੀਂ ਆਉਂਦਾ, ਬਟ ਦੇ ਵਾਂਟ ਅਸ ਟੂ ਸੈਲਫ ਇੰਟਰੋਸਪੈਕਟ ਕਿ ਅੱਛਾ ਸਾਨੂੰ ਕੀ ਲੱਗਦਾ ਹੈ। ਐਂਡ ਸੋ ਤੁਸੀਂ ਮੈਂ ਤੁਹਾਡਾ ਵੀ ਇੱਕ ਦੇਖ ਰਿਹਾ ਸੀਗਾ ਕੋਈ ਕੋਟ, ਤੁਸੀਂ ਕਿਹਾ ਕਿ ਇਟਸ ਵੈਰੀ ਇੰਪੋਰਟੈਂਟ ਕਿ ਕੁਐਸਚਨ ਨਾ ਪੁੱਛੋ, ਰਾਈਟ ਕੁਐਸਚਨ ਪੁੱਛਣੇ ਬਹੁਤ ਜ਼ਰੂਰੀ ਹੈ। ਸੋ ਜਦ ਤੱਕ ਸਾਡੀ ਟੀਚਰਸ, ਅਸੀਂ ਸੋਸਾਇਟੀ ਵਿੱਚ ਸਹੀ ਕੁਐਸਚਨ ਨਹੀਂ ਪੁੱਛਾਂਗੇ ਨਾ, ਤੇ ਹਾਊ ਵਿਲ ਦ ਪਰਸਨ ਬੀ ਸੈਲਫ ਅਵੇਅਰ। ਸੋ ਲਿੰਕਡ ਹੈ। That is perfectly said. In fact, you know, ਅੱਜ ਜੇ ਮੈਂ political environment ਵੀ ਵੇਖਾਂ, although we are discussing about entrepreneurship and ਇੱਕ social responsibility ਦੀ ਆਪਾਂ ਗੱਲ ਕਰਦੇ ਪਏ ਹਾਂ, lot of times, you know, that is one reason why ਅਸੀਂ ਪੰਜਾਬ ਟੁਡੇ ਤੇ we want to be a responsible fourth pillar of democracy. We want to ask right questions. ਹੁੰਦਾ ਕੀ ਹੈ ਕਿ political parties and then some of the people around them, they make us go in that direction कि भी ਤੁਸੀਂ ਇਹ ਸਵਾਲ ਪੁੱਛੋ, ਬਲਕਿ these are not the right questions. So we have to ask right question from ourselves and from our politicians especially. Absolutely. ਇਹ ਸਭ ਤੋਂ ਵਧੀਆ ਗੱਲ ਜਦੋਂ ਅਸੀਂ ਆਈ ਰਹੀ ਸੀਗੇ ਇੱਥੇ ਤੇ ਮੈਂ ਤੁਹਾਨੂੰ ਪੁੱਛਿਆ ਮੈਂ ਕਿ ਕੀ ਗੱਲ ਕਰਨੀ ਹੈ, ਕਿਸ ਬਾਰੇ ਕਰਨੀ ਹੈ, ਕਹਿੰਦੇ ਗੱਪਸ਼ਪ ਮਾਰਾਂਗੇ। ਐਂਡ ਜਿਸ ਦਿਨ ਇੰਟਰਵਿਊਜ਼ ਐ ਹੋਣ ਲੱਗ ਗਏ ਨਾ, ਐਂਡ ਆਫ ਕੋਰਸ ਮਤਲਬ ਆਈ ਐਮ ਨਾਟ ਅ ਐਕਸਪਰਟ ਔਨ ਪੋਲੀਟਿਕਸ ਐਂਡ ਮਤਲਬ ਉਹ ਅਲੱਗ ਐਕਸਪੀਰੀਅੰਸ ਹੈ, ਬਟ ਜਿਸ ਦਿਨ ਐ ਹੋਣ ਲੱਗ ਗਿਆ ਨਾ, ਐਂਡ ਕਿੰਨੀ ਵਾਰ ਐਂਟਰਪ੍ਰੀਨਿਓਰਸ਼ਿਪ ਵੀ ਸਾਡੇ ਯਾਰ ਦੋਸਤ ਹੀ ਹੈ, ਕੁਐਸਚਨਸ ਹੀ ਲਿਖੇ ਹੁੰਦੇ ਆ ਵੀ ਆਹ 10 ਚੀਜ਼ਾਂ ਬਾਰੇ ਗੱਲ ਕਰਨੀ ਹੈ, ਇਹੀ ਚੀਜ਼ ਆਨਸਰ ਕਰਨੀ ਹੈ, ਫਿਰ ਉਹ ਤੁਹਾਡੀ ਮਜ਼ਾ ਹੀ ਖਤਮ ਹੋ ਜਾਂਦਾ। ਸੋ ਆਈ ਥਿੰਕ that curiosity, that sense of ਕਿ ਵੀ ਹਾਂ ਅਸੀਂ go with the flow, that's very important. Simar, I was also reading about you and ਤੁਸੀਂ ਹੁਣੀ ਸੇਵਾ ਵੀ ਕੀਤੀ ਆ ਆਪਣੇ ਗੋਲਡਨ ਟੈਂਪਲ ਵੀ, ਮੇਰੇ ਪਿੰਡ ਦੇ ਲਾਗੇ, ਮੇਰਾ ਪਿੰਡ ਚਵਾਲੇ ਬਾਬਾ ਬੁੱਢਾ ਸਾਹਿਬ, I am more happy about that। ਹੁਣੀ ਥੋੜੇ ਦਿਨ ਪਹਿਲਾਂ ਮੇਰੇ ਬੱਚੇ ਵੀ ਉੱਥੇ ਸਨ। So you know, what was the reason and what was that about? ਇਹ ਦੇਖੋ ਇਹ once a lifetime opportunity, I think। ਮੈਂ ਨਾ ਦਰਬਾਰ ਸਾਹਿਬ ਪਿੱਛੇ ਜਦੋਂ ਗਿਆ ਮੱਥਾ ਟੇਕਣ, ਤੇ ਮੈਂ ਨਾ ਜਦੋਂ ਸਾਨੂੰ ਐਲੋਕੇਟ ਹੋਇਆ ਪ੍ਰੋਜੈਕਟ, ਅਸੀਂ ਇੰਨੇ ਸਾਲ ਤੋਂ ਦਰਬਾਰ ਸਾਹਿਬ ਬਚਪਨ ਤੋਂ ਜਾ ਹੀ ਰਹੇ ਹਾਂ, ਇਟਸ ਲਾਈਕ ਕਿ ਵੀ ਜਾਣਾ ਹੀ ਜਾਣਾ ਹੈ ਨਾ। ਤੇ ਜਦੋਂ ਮੈਂ ਰੂਫਟਾਪ ਦਾ ਸਟਾਰਟ ਸੋਲਰ ਦਾ ਬਿਜ਼ਨਸ ਸਟਾਰਟ ਕੀਤਾ ਆਲਮੋਸਟ 10 years ਬੈਕ, ਤੇ ਜਾਂਦੇ ਹੁੰਦੇ ਸੀ ਦਰਬਾਰ ਸਾਹਿਬ ਹੈ ਨਾ, ਛੋਟਾ ਸਟਾਰਟ ਕੀਤਾ। ਐਂਡ ਕਦੀ ਦਿਮਾਗ 'ਚ ਨਾ ਵਿਸ਼ਾਲ ਜੀ, ਦਿਮਾਗ 'ਚ ਨਹੀਂ ਆਏਗੀ ਕਿ ਮਤਲਬ ਕਿ ਹਟੇ ਕਿ ਮੈਂ ਇੱਥੇ ਸੋਲਰ ਲਾਵਾਂਗਾ, ਕਿਉਂਕਿ ਤੁਸੀਂ ਦਰਬਾਰ ਸਾਹਿਬ ਜਾ ਰਹੇ ਹੋ, ਗੋਲਡਨ ਟੈਂਪਲ ਜਾ ਰਹੇ ਹੋ, ਉੱਥੇ ਤੁਸੀਂ ਮਤਲਬ ਹੈ ਨਾ, ਯੂ ਆਸਕਿੰਗ ਹੈ ਨਾ, ਤੇ ਤੁਸੀਂ ਗੁਰੂ ਨੇ ਥੋੜ੍ਹਾ ਕਹਿ ਸਕਦੇ ਮੈਂ ਇੱਥੇ ਲਾਣਾ। ਸੋ ਮੈਂ ਮਤਲਬ ਹੋਰ ਸ਼ਰੂਡਲੀ ਤੁਹਾਨੂੰ ਮੈਂ ਜੇ ਕਹਾਂ, ਮੈਂ ਕਦੀ ਸੋਚਿਆ ਨਹੀਂ ਕਿ ਮੈਂ ਤਾਂ ਯਾਰ ਬਹੁਤ ਛੋਟਾ, ਮਤਲਬ ਮੈਂ ਥੋੜ੍ਹਾ ਲਾ ਦੂੰਗਾ ਨਾ, ਕੋਈ ਹੋਰ ਹੀ ਲਾਊਗਾ, ਕਦੀ ਦਿਮਾਗ 'ਚ ਆਈ ਨਹੀਂ ਗੱਲ। ਐਂਡ ਜਦੋਂ ਇਸ ਸਾਲ ਵਿੱਚ ਜਦੋਂ ਸਾਨੂੰ ਮਾਰਚ ਦੇ ਆਸ-ਪਾਸ ਯੂਨਾਈਟਿਡ ਸਿੱਖ ਮਿਸ਼ਨ ਨੇ, NGO ਹੈ ਕੈਲੀਫੋਰਨੀਆ ਦੇ, ਰਿਸ਼ਪਾਲ ਸਿੰਘ ਢੀਂਡਸਾ ਜੀ ਹੈ, ਉਹਨਾਂ ਨੇ ਸਾਨੂੰ ਜਦੋਂ ਬੁਲਾਇਆ ਕਿ ਜੀ ਅਸੀਂ ਹਟੇਕ ਨੂੰ ਸ਼ਾਰਟਲਿਸਟ ਕੀਤਾ, ਹੋਰ ਵੀ ਬਹੁਤ ਵੱਡੀਆਂ ਮਹਾਨ ਕੰਪਨੀਆਂ ਸੀ ਜਿਹੜੀ ਸ਼ਾਰਟਲਿਸਟ ਕੀਤੀਆਂ। ਐਂਡ ਜਦੋਂ ਇਹ ਮਾਰਚ ਅਪ੍ਰੈਲ ਵਿੱਚ ਸਾਨੂੰ ਐਲੋਕੇਟ ਕੀਤਾ, ਯੂਨਾਈਟਿਡ ਸਿੱਖ ਮਿਸ਼ਨ ਵਾਲੇ ਮਿਲੇ, ਬੀਬੀ ਜੀ ਨੂੰ ਮਿਲੇ, ਉਹਨਾਂ ਨੂੰ ਸਾਰਾ ਪੂਰਾ ਪਲਾਨ ਦਿੱਤਾ ਕਿ ਜੀ ਅਸੀਂ ਇੱਥੇ ਲਾਉਣਾ ਚਾਹੀਦਾ, ਸੇਵਾ ਉਹਨਾਂ ਦੀ ਸੀਗੀ। ਐਂਡ ਦੈਨ ਯੂਨਾਈਟਿਡ ਸਿੱਖ ਮਿਸ਼ਨ ਨੇ ਫਿਰ ਸਾਨੂੰ ਜਦੋਂ ਐਲੋਕੇਟ ਦਿੱਤਾ, ਵਿਸ਼ਾਲ ਜੀ ਮੈਂ ਉਸ ਦਿਨ ਨਾ ਬਹੁਤ ਰੋਇਆ, ਦਰਬਾਰ ਸਾਹਿਬ ਹੀ ਸੀ, ਬਹੁਤ ਰੋਇਆ। ਐਂਡ ਮੈਂ ਨਾ ਗੁਰੂ ਰਾਮਦਾਸ ਜੀ ਨੂੰ ਪੁੱਛਿਆ, ਮੈਂ ਕਿਹਾ ਜੀ ਮੇਰੇ 'ਚ ਹੈ ਕੀ ਸੀ, ਮੈਨੂੰ ਕਿਉਂ ਦਿੱਤਾ? ਐਂਡ ਮੈਨੂੰ ਪਤਾ ਜਵਾਬ ਥੋੜ੍ਹਾ ਮਿਲ ਜਾਣਾ, ਬਟ ਮੈਨੂੰ ਜਵਾਬ ਮਿਲਿਆ ਜਦ ਮੈਂ ਲੰਗਰ ਕਰ ਰਿਹਾ ਸੀ ਨਾ, ਉੱਥੇ ਮੈਂ ਥੋੜ੍ਹਾ ਭਾਵੁਕ ਹੋ ਜਾਂਦਾ ਇਸ ਚੀਜ਼ ਤੋਂ, ਬਿਕੋਜ਼ ਜਦ ਮੈਂ ਲੰਗਰ ਕਰ ਰਿਹਾ ਸੀ ਨਾ ਵਿਸ਼ਾਲ ਜੀ,
ਮੇਰੇ ਦਿਮਾਗ 'ਚ ਇੱਕ ਥਾਟ ਆਈ। ਉਹ ਥਾਟ ਕੌਣ ਆਉਂਦਾ ਹੈ? ਉਹ એનર્ਜੀ ਦੇ ਰਹੀ ਸਾਨੂੰ। ਉਹ ਥਾਟ ਇਹ ਕਹਿੰਦਾ ਹੈ ਕਿ ਸਿਮਰ, ਜੇ ਪ੍ਰੋਜੈਕਟ ਤੈਨੂੰ ਅਲਾਟ ਹੋਇਆ ਹੈ, ਦਰਬਾਰ ਸਾਹਿਬ 'ਚ ਸੇਵਾ ਤੈਨੂੰ ਅਲਾਟ ਹੋਈ ਹੈ, ਇਹਦੇ ਪਿੱਛੇ ਕੋਈ ਕਾਰਨ ਹੋਏਗਾ। ਇਹਦੇ ਪਿੱਛੇ ਇੱਕ ਲਾਰਜਰ ਰਿਸਪੌਂਸਿਬਿਲਿਟੀ ਹੋਏਗੀ ਜਿਹੜੀ ਤੂੰ ਦੇਣੀ ਹੈ। ਮੇਰੇ ਦਿਮਾਗ 'ਚ ਪਤਾ ਕੀ ਗੱਲ ਆਈ ਕਿ ਦਰਬਾਰ ਸਾਹਿਬ ਵਿਲ ਬੀ ਦ ਟਰਨਿੰਗ ਪੁਆਇੰਟ ਆਫ ਦੀ ਮੈਨਕਾਈਂਡ। ਜੇ ਦਰਬਾਰ ਸਾਹਿਬ ਸੋਲਰ ਲੱਗ ਗਿਆ, ਕਿੰਨੇ ਲੋਕੀ ਮੋਟੀਵੇਟ ਹੋਣਗੇ ਟੂਵਰਡਸ ਮੂਵ ਟੂਵਰਡਸ ਸਸਟੇਨੇਬਿਲਿਟੀ। ਵੰਡਰਫੁਲ ਵਿਊ, ਐਬਸੋਲੂਟਲੀ। ਐਂਡ ਮੇਰੇ ਦਿਮਾਗ 'ਚ ਗੱਲ ਆਈ, ਇੱਕ ਤਾਂ ਮੇਰੇ ਦਿਮਾਗ ਆਇਆ, ਅੱਛਾ ਮੇਰੇ ਦਿਮਾਗ 'ਚ ਆਈ, ਫਿਰ ਮੈਂ ਕਿਹਾ ਐਂ ਕੀਤਾ ਮੈਂ ਕਿਹਾ ਨਹੀਂ, ਇਹ ਤਾਂ ਗੁਰੂ ਰਾਮਦਾਸ ਜੀ ਨੇ ਮੈਨੂੰ ਆਨਸਰ ਕਰਤਾ ਕਿ ਇਹ ਤੈਨੂੰ ਇਸ ਲਈ ਦਿੱਤਾ ਹੈ ਕਿ ਨਾਓ ਤੂੰ ਇਹ ਨਹੀਂ ਸੋਚ ਸਕਦਾ, ਬਿਜ਼ਨਸ ਨਹੀਂ ਸੋਚ ਸਕਦਾ, ਹੁਣ ਗਲੋਬਲ ਲੈਵਲ ਤੇ ਮਿਸ਼ਨ ਹੈ ਕਿ ਇਹਨੂੰ ਇੱਕ ਇਨਵਾਇਰਨਮੈਂਟ ਤੇ ਕੰਮ ਕਰੋ, ਇੱਕ ਸਸਟੇਨੇਬਿਲਿਟੀ ਤੇ ਕੰਮ ਕਰੋ। ਐਂਡ I don't know ਵਿਸ਼ਾਲ ਜੀ, this was something I feel that ਮਤਲਬ ਮੈਂ ਕਹਿ ਦਿੰਦਾ, ਇੰਨੀ ਖੈਸੀਅਤ ਮੇਰੀ ਨਹੀਂ ਹੈ ਜੀ, ਕਿਸੇ ਦੀ ਨਹੀਂ ਹੈ ਜੀ। ਦਰਬਾਰ ਸਾਹਿਬ ਅਸੀਂ ਕਰਾਂਗੇ। ਬਾਬਾ ਬੁੱਢਾ ਜੀ ਦੇ ਤੁਸੀਂ ਕਿਹਾ, ਅਸੀਂ ਉੱਥੇ 600 ਕਿਲੋਵਾਟ ਉੱਥੇ ਅਸੀਂ ਲਾਇਆ, ਸ਼ਹੀਦਾ ਬਾਬਾ ਦੀਪ ਸਿੰਘ ਜੀ ਦੇ ਅਸੀਂ ਲਾਇਆ। ਅਸੀਂ ਕੌਣ ਹੁੰਦੇ ਜੀ ਲਾਉਣ ਨੂੰ? ਮੈਨੂੰ ਉੱਥੇ ਨਾ ਇੱਕ ਸੇਵਾਦਾਰ ਕਹਿੰਦੇ ਆ, ਉਹਨਾਂ ਨੇ ਪੁੱਛਿਆ ਵੀ ਕੌਣ ਲਾ ਰਿਹਾ, ਮੈਂ ਉਹਨੂੰ ਕਿਹਾ, ਮੈਂ ਕਿਹਾ ਅਸੀਂ ਲਾ ਰਹੇ ਹਾਂ। ਉਹਨਾਂ ਨੇ ਫੜਿਆ ਹੱਥ, ਵਾਸ ਲਾਈਕ 80-85 ਐਂ ਫੜਿਆ ਹੱਥ ਬਾਬੇ ਨੇ ਮੈਨੂੰ, ਕਹਿੰਦਾ ਤੂੰ ਨਹੀਂ ਲਾ ਰਿਹਾ, ਗੁਰੂ ਰਾਮਦਾਸ ਜੀ ਲਵਾ ਰਹੇ ਆ, ਬਾਬਾ ਜੀ ਲਵਾਉਂਦੇ ਆ, ਉਹ ਲਵਾ ਰਹੇ ਇੱਥੇ ਸੇਵਾ ਕਰ ਰਹੇ ਨਾ, ਇੱਥੇ ਜੇ ਪ੍ਰੋਜੈਕਟ ਲਾ ਰਿਹਾ। ਬਟ ਮੈਂ ਸਰ ਬਿਲਕੁਲ ਆਈ ਵਾਂਟ ਟੂ ਥੈਂਕ ਯੂਨਾਈਟਿਡ ਸਿੱਖ ਮਿਸ਼ਨ, ਰਿਸ਼ਪਾਲ ਢੀਂਡਸਾ ਜੀ, ਪੂਰੀ ਜਿਹੜੀ ਟੀਮ ਸੀ, ਬੀਬੀ ਜਗੀਰ ਕੌਰ ਜੀ, ਪੂਰੇ ਯੂਨਾਈਟਿਡ ਸਿੱਖ ਮਿਸ਼ਨ ਨਾਲ ਮਿਲ ਕੇ ਸੇਵਾ ਉਹਨਾਂ ਨੇ ਲਈ ਹੈ ਜੀ। ਕ੍ਰੈਡਿਟ ਸਾਰਾ ਉਹਨਾਂ ਨੂੰ ਜਾਂਦਾ। ਮੈਂ ਤਾਂ ਛੋਟਾ ਜਿਹਾ ਮੈਂ ਤਾਂ ਛੋਟਾ ਜਿਹਾ ਜ਼ਰੀਆ ਸੀਗਾ ਕਿ ਜਿਹਨੂੰ ਇਹ ਪ੍ਰੋਜੈਕਟ ਦਿੱਤਾ। ਐਂਡ ਮੈਂ ਮੰਨਦਾ ਵਿਸ਼ਾਲ ਜੀ ਦੈਟ ਮੇਰੇ ਸਾਡੇ ਹਟੇਕ ਸੋਲਰ ਦੀ ਐਗਜ਼ਿਸਟੈਂਸ ਪੂਰੀ ਹੋ ਗਈ। ਮੈਂ ਹੁਣ 100 ਸਾਲ ਵੀ ਨਾ ਜੀ, 50 ਸਾਲ ਲਿਸਟਡ ਕੰਪਨੀ ਬਣ ਜੀ, ਹਜ਼ਾਰਾਂ ਕਰੋੜ ਕਰ ਲਈ, ਇਸ ਤੋਂ ਵੱਡੀ ਅਚੀਵਮੈਂਟ ਮੈਂ ਨਹੀਂ ਕਰ ਸਕਦਾ, ਹੈ ਨਾ। ਸੋ ਦਿਸ ਵਿਲ ਬੀ ਆਰ ਆਲਵੇਜ਼ ਨੰਬਰ 1, ਇਸ ਤੋਂ ਵੱਧ ਨਹੀਂ ਕਰ ਸਕਦਾ। ਇੱਕ ਗੱਲ ਆਪਾਂ ਕਰਦੇ ਪਏ ਸੀ ਸਿੱਖੀ ਵਿੱਚ, ਹੂ ਇਜ਼ ਅ ਸਿੱਖ, ਲਰਨਿੰਗ ਤੇ ਅਨਲਰਨਿੰਗ ਦੀ। ਇਨਫੈਕਟ ਮੇਰੇ ਦਿਮਾਗ 'ਚ ਗੱਲ ਚੱਲਦੀ ਪਈ ਸੀ, ਆਈ ਵਾਂਟਡ ਟੂ ਐਡ ਟੂ ਦਿਸ, ਕਿ ਜਦੋਂ ਅਸੀਂ ਅਨਲਰਨਿੰਗ ਨਹੀਂ ਕਰਦੇ, ਵਾਈ ਅਨਲਰਨਿੰਗ ਇਜ਼ ਸੋ ਇੰਪੋਰਟੈਂਟ, ਉਦੋਂ ਫਿਰ ਉਹ ਬੇਸਿਕਲੀ ਉਹ ਜਿਹੜੀ ਇੱਕ ਟਾਈਮ ਤੇ ਰੈਲੇਵੈਂਟ ਪ੍ਰੈਕਟਿਸ ਹੁੰਦੀ ਹੈ ਨਾ, ਉਹ ਬਾਅਦ ਵਿੱਚ ਉਹ ਬਣ ਜਾਂਦੀ ਹੈ, ਵਟ ਯੂ ਕਾਲ ਦੈਮ, ਜਿਹੜੀਆਂ ਚੀਜ਼ਾਂ ਦੇ ਉੱਤੇ which are not relevant but you still have to follow. I am not getting the right word for it ਕਿ and which makes things difficult for everyone. ਹੁਣ ਆਪਾਂ ਜੋ ਵੀ ਆਪਣੀ ਰਿਲੀਜੀਅਸ ਬੁੱਕ 'ਚ ਸਿੱਖਦੇ ਹਾਂ, ਰਾਈਟ, ਉਹਨਾਂ ਨੂੰ ਕਹਿ ਕੇ ਵੀ ਇਹ ਪ੍ਰਥਾ, ਉਹ ਫਿਰ ਪ੍ਰਥਾ ਬਣ ਜਾਂਦੀ ਹੈ ਤੇ ਹੌਲੀ ਹੌਲੀ ਉਹ ਕੁਪ੍ਰਥਾ ਬਣ ਜਾਂਦੀ ਹੈ ਜਦੋਂ ਉਹ ਅਨਲਰਨਿੰਗ ਨਹੀਂ ਹੁੰਦੀ। ਸੋ ਇਟ ਇਜ਼ ਵੈਰੀ ਵੈਰੀ ਇੰਪੋਰਟੈਂਟ ਕਿ ਇਹ ਮੈਸੇਜ ਸਾਰਿਆਂ ਕੋ, ਯੂਥ ਕੋ ਵੀ ਜਾਵੇ। ਸੋ ਬਿਕੋਜ਼ ਥੀਸ ਡੇਜ਼ ਅੱਜ ਕੱਲ੍ਹ ਰਿਲੀਜੀਅਸ ਪੋਟ ਬੋਇਲ ਬੜੇ ਬਣਨ ਲੱਗ ਪਏ ਸਾਡੇ ਅਕ੍ਰੋਸ। ਸੋ ਇਟ ਇਜ਼ ਵੈਰੀ ਵੈਰੀ ਇੰਪੋਰਟੈਂਟ ਕਿ ਅਸੀਂ ਇਹ ਸਿੱਖੀਏ ਕਿ ਬਈ ਦੋਜ਼ ਵਰ ਦੀ ਲੈਸਨਸ ਐਂਡ ਸਮ ਆਫ ਦੀ ਲੈਸਨਸ ਨੀਡ ਟੂ ਬੀ ਅਨਲਰਨਡ ਇਫ ਟਾਈਮ ਹੈਜ਼ ਚੇਂਜ। ਔਰ ਤੁਸੀਂ ਸਿੱਖੀਏ ਬੋਲਿਆ, ਜੇ ਅਸੀਂ ਸਾਰੇ ਸਿੱਖੀਏ ਬਣਨ ਲੱਗ ਜਾਣ ਤਾਂ ਅਸੀਂ ਸਿੱਖ ਬਣ ਜਾਵਾਂਗੇ। ਸਾਰੇ ਸਿੱਖ ਹੈ, ਬਿਲਕੁਲ ਅਸੀਂ ਸਾਰੇ ਸਿੱਖ ਹੈ। ਇਟਸ ਅ ਕਨਸੈਪਟ ਆਫ ਲਰਨਿੰਗ, ਦਾ ਪ੍ਰੋਸੈਸ ਆਫ ਅਗੇਨ ਇਸ ਸੈਲਫ ਅਵੇਅਰਨੈਸ। ਜਿਵੇਂ ਤੁਸੀਂ ਅੱਜ ਮੈਨੂੰ ਇੱਕ ਬੜਾ ਵੱਡਾ ਟੇਕ ਅਵੇ ਦਿੱਤਾ ਹੈ ਕਿ ਅਸੀਂ ਸਿੱਖਦੇ ਕਦੋਂ ਹੈ? ਸਿੱਖਦੇ ਉਦੋਂ ਹੈ ਜਦੋਂ ਸੈਲਫ ਅਵੇਅਰਨੈਸ ਸਟਾਰਟ ਹੁੰਦੀ ਹੈ। ਸੋ ਇਟਸ ਅ ਪ੍ਰੋਸੈਸ ਕਿ ਸੈਲਫ ਅਵੇਅਰਨੈਸ ਹੋਈ ਤਾਂ ਹੀ ਫਿਰ ਸਿੱਖੂਗਾ ਨਾ, ਕਿ ਮੈਂ ਅਵੇਅਰ ਹਾਂ, ਸੈਲਫ ਅਵੇਅਰ ਹਾਂ ਕਿ ਮੈਨੂੰ ਨਹੀਂ ਆਉਂਦਾ ਜਾਂ ਮੈਨੂੰ ਇਹ ਅਨਲਰਨ ਕਰਨਾ ਹੈ, ਦੈਨ ਯੂ ਸਟਾਰਟ ਲਰਨਿੰਗ ਔਰ ਅਨਲਰਨਿੰਗ। ਸੋ ਆਈ ਥਿੰਕ ਮਤਲਬ ਸੋ ਦੈਟ ਵਾਜ਼ ਆਈ ਫੀਲ ਦੈਟ ਹੁਣ ਨਾ ਚਲੋ ਅਸੀਂ ਕੰਮ ਕਰ ਰਹੇ ਹਾਂ, ਐਂਟਰਪ੍ਰੀਨਿਓਰਸ਼ਿਪ 'ਚ ਹੈਗੇ ਹਾਂ, ਇੱਕ ਬਿਜ਼ਨਸ ਕਰ ਰਹੇ ਹਾਂ, ਬਟ ਹੁਣ ਨਾ ਮੈਨੂੰ ਉਹ ਪ੍ਰੋਜੈਕਟ ਤੋਂ ਬਾਅਦ ਤੁਹਾਡੇ ਇੱਥੇ ਅਸੀਂ ਚੌਬਾਲ ਸਾਹਿਬ ਜਲਾਇਆ ਸਾਰੀ, ਹੁਣ ਮੈਨੂੰ ਇਹੋ ਜਿਹੀ ਫੀਲ ਆਉਣ ਲੱਗੀ ਵਿਸ਼ਾਲ ਜੀ ਕਿ ਠੀਕ ਹੈ ਪੂਰੀ ਟੀਮ ਜੁੜੀ ਇੱਕ ਮਿਸ਼ਨ ਨਾਲ, ਹੁਣ ਫੀਲ ਆ ਗਈ ਕਿ ਨਹੀਂ ਯਾਰ ਮਤਲਬ ਪਤਾ ਨਹੀਂ ਮੈਂ ਵੀ ਜ਼ਿਆਦਾ ਸੋਚ ਰਿਹਾ ਕੁਛ ਹੈ, ਬਟ ਮੈਨੂੰ ਲੱਗਦਾ ਕਿ ਨਹੀਂ ਯਾਰ ਗਲੋਬਲੀ ਜੇ ਅਸੀਂ ਜਿਸ ਦਿਨ ਸਸਟੇਨੇਬਲ ਕਲਾਮ ਸਾਹਿਬ ਵਾਲੀ ਗੱਲ ਯਾਦ ਆਉਂਦੀ ਹੈ, ਸਸਟੇਨੇਬਿਲਿਟੀ ਇਜ਼ ਇੰਪੋਰਟੈਂਟ, ਸਸਟੇਨੇਬਿਲਿਟੀ ਇੰਪੋਰਟੈਂਟ ਹੈ, ਕਲੀਨ એનર્ਜੀ ਕਿ 2050 ਚ ਅਗਰ ਕਲੀਨ ਡਰਿੰਕਿੰਗ ਵਾਟਰ ਨਹੀਂ ਹੋਇਆ ਨਾ ਤਾਂ ਫਿਰ ਆਪਾਂ ਕੁਝ ਨਹੀਂ ਕਰਿਆ। ਸਿੰਪਲ ਜੀ ਗੱਲ। ਮੈਂ ਇੱਕ ਮੈਸੇਜ ਸਪੈਸੀਫਿਕਲੀ ਫਰਮ ਦੀ ਯੂਥ ਪਰਸਪੈਕਟਿਵ, ਸਿਮਰ ਯੂ ਆਰ ਸੱਚ ਅ ਰੋਲ ਮਾਡਲ ਐਂਡ ਐਟ ਸੱਚ ਅ ਯੰਗ ਏਜ ਸੋ ਮਚ ਆਫ ਅਚੀਵਮੈਂਟ। ਅੱਜ ਮੈਨੂੰ ਇਹ ਲੱਗਦਾ ਪਿਆ ਆਈ ਐਮ ਨਾਟ ਬਲੇਮਿੰਗ ਇੱਕ ਸੈਲਫ ਅਵੇਅਰਨੈਸ ਰੀਜ਼ਨ ਹੈ, ਸਾਡੇ ਐਜੂਕੇਸ਼ਨ ਸਿਸਟਮ 'ਚ ਵੀ ਕਮੀਆਂ ਨੇ, ਸਾਡੇ ਕਲਾਸਰੂਮ ਦੇ ਡਿਲੀਵਰੀ ਸਿਸਟਮ 'ਚ ਵੀ ਕਮੀਆਂ ਨੇ ਕਿ ਜੋ ਸਾਡੇ ਬੱਚੇ ਆਰ ਡਿਸਟਰੈਕਟਿਡ and they are not taking up responsibilities. ਅਸੀਂ ਵੀ consistently ਇਹ ਗੱਲ ਕਰਨਾ ਚਾਹੁੰਦੇ ਹਾਂ ਉਹਨਾਂ ਨਾਲ ਕਿ become self-aware, take up responsibility, right? And we see lot of, especially it's Punjab today, ਸਾਡਾ ਪੰਜਾਬੀ youth has become arrogant, right? Their attitude is not very positive in lot of ways, and they just want their rights and comfort. They are not willing to make sacrifices and contribute. I want you to, in your own way, give a message, I will not call myself youth anymore, but I think coming from you, what lessons they can learn and how it can benefit them will be great. ਨਹੀਂ ਵਿਸ਼ਾਲ ਜੀ, ਤੁਹਾਡੇ ਨਾਲ ਵੀ ਬੈਠ ਕੇ ਮਤਲਬ
ਮਤਲਬ ਮੈਂ ਤੁਹਾਨੂੰ ਕਾਫੀਆਂ ਨੂੰ ਲੱਗ ਰਿਹਾ ਹੋਣਾ ਕਿ ਅਸੀਂ ਬਹੁਤ ਸਾਲਾਂ ਤੋਂ ਜਾਣਦੇ ਹਾਂ, ਬਟ ਵੀ ਮੈਟ ਟੁਡੇ, we spoke yesterday for the first time. yesterday ਅਸੀਂ ਗੱਲ ਕੀਤੀ ਔਰ ਅੱਜ ਐਂ ਲੱਗ ਹੀ ਨਹੀਂ ਰਿਹਾ, ਰਾਈਟ, ਐਂਡ that is because of energy, that is because of that vibe that we share, and I feel that ਵਿਸ਼ਾਲ ਜੀ ਦੇਖੋ ਮੈਸੇਜ ਨਾ ਬੜੇ ਦਿੱਤੇ ਜਾ ਸਕਦੇ ਹਨ, ਬਟ ਮੈਨੂੰ ਲੱਗਦਾ ਉਹ ਕਹਿੰਦੇ ਨੇ ਸਿੰਪਲ ਚੀਜ਼ ਬੜੀ ਔਖੀ ਹੁੰਦੀ ਕਰਨੀ, ਬਟ ਆਈ ਫੀਲ ਦੈਟ ਵਿਸ਼ਾਲ ਜੀ ਇੱਕੋ ਹੀ ਜੇ ਅਗਰ ਮੈਸੇਜ ਕਿਸੇ ਨੂੰ ਵੀ ਦੇਣਾ ਨਾ, ਉਹ ਭਾਵੇਂ ਯੂਥ ਹੋਏ ਕੁਛ ਹੈ, ਜਸਟ ਬੀ ਯੋਰ ਸੈਲਫ। ਅੱਜ ਕੱਲ੍ਹ ਤੁਸੀਂ ਐਰੋਗੈਂਸ ਦੀ ਗੱਲ ਕੀਤੀ, ਤੁਸੀਂ ਇੱਕ ਬੜਾ ਵਧੀਆ ਐਗਜ਼ਾਮਪਲ ਦਿੱਤਾ ਕਿ ਅੱਜ ਕੱਲ੍ਹ ਤਾਂ ਰੇਅਰ ਕੁਆਲਿਟੀ ਹੋ ਗਈ, ਕੋਈ ਸਾਰੇ ਐਰੋਗੈਂਟ ਤਾਂ ਪ੍ਰੀਮੀਅਮ ਹੈ, ਤੁਸੀਂ ਜਿਹੜੀ ਗੱਲ ਹੰਬਲਨੈਸ ਤੇ ਪ੍ਰੀਮੀਅਮ ਹੈ, ਹੰਬਲਨੈਸ ਪ੍ਰੀਮੀਅਮ ਹੈ ਕਿ ਅੱਜ ਕੋਈ ਹੰਬਲ ਹੁੰਦਾ ਉਹਨੂੰ ਬੋਲਿਆ ਜਾਂਦਾ ਕਮਾਲ ਹੈ ਯਾਰ, ਬਲਕਿ ਉਹ ਸਾਰੇ ਉਹ ਹੀ ਹੋਣੇ ਚਾਹੀਦੇ, ਰਾਈਟ, ਮਨ ਨੀਵਾ ਸਭ ਦਾ ਹੀ ਹੋਣਾ ਚਾਹੀਦਾ, ਮਤ ਉੱਚੀ ਹੋਣੀ ਚਾਹੀਦੀ ਹੈ ਭਾਜੀ। ਆਈ ਥਿੰਕ ਦੀ ਓਨਲੀ ਮੈਸੇਜ ਇਜ਼ ਜਸਟ ਬੀ ਯੋਰ ਸੈਲਫ। ਅਸੀਂ ਭੁੱਲ ਗਏ ਹਾਂ ਵਿਦ ਦਿਸ ਸੋਸ਼ਲ ਮੀਡੀਆ ਕਮਿੰਗ ਇਨ ਨਾ, ਵੀ ਆਰ, ਸਾਡੇ ਅੰਦਰ ਨਾ ਇੱਕ ਅਜੀਬ ਜਿਹਾ ਪ੍ਰੈਸ਼ਰ ਆ ਗਿਆ ਕਿ ਨਹੀਂ ਅਸੀਂ ਉਹੋ ਜਿਹਾ ਬਣਨਾ ਹੈ, ਅਸੀਂ ਉਹੋ ਜਿਹਾ ਬਣਨਾ ਹੈ, ਅਸੀਂ ਵਿਸ਼ਾਲ ਸੂਦ ਬਣੀਏ। ਵਿਸ਼ਾਲ ਸੂਦ ਜਿਸ ਦਿਨ ਵਿਸ਼ਾਲ ਸੂਦ ਬਣ ਗਿਆ, ਸਿਮਰਪ੍ਰੀਤ ਜਿਸ ਦਿਨ ਸਿਮਰਪ੍ਰੀਤ ਬਣ ਗਿਆ ਨਾ, ਦੈਟ ਇਜ਼ ਹੂ ਵੀ ਆਰ, ਦੈਟ ਇਜ਼ ਹਾਊ ਵਾਹਿਗੁਰੂ ਨੇ ਸਾਨੂੰ ਬਣਾਇਆ ਹੈ। ਐਬਸੋਲੂਟਲੀ। ਸੋ ਆਈ ਥਿੰਕ ਦਿਸ ਬੀ ਯੋਰ ਸੈਲਫ ਇਜ਼ ਇੰਪੋਰਟੈਂਟ। ਅਸੀਂ ਕੀ ਅੱਜ ਕੱਲ੍ਹ ਨਾ ਮਾਸਕ ਬਹੁਤ ਬਣਾ ਲਏ, ਬਹੁਤ ਮਾਸਕ ਲਗਾ ਲਏ। ਬੀ ਯੋਰ ਸੈਲਫ ਵਿੱਚ ਵੀ ਨਾ ਲੋਕੀ that is also sometimes taken as a way of excluding responsibility ਕਿ ਭਈ I am myself, ਮੈਂ ਇਸ ਤਰ੍ਹਾਂ ਹੀ ਬਹਿਣਾ ਪਸੰਦ ਕਰਦਾ, ਮੈਂ ਕੋਈ ਕੰਮ ਨਹੀਂ ਕਰਨਾ ਚਾਹੁੰਦਾ ਹੈ ਨਾ, ਮੈਂ ਤੇ why should I respect someone? So lot of times this thing also is taken in a individuality ਦੀ ਜਿਹੜੀ ਗੱਲ ਹੁੰਦੀ ਹੈ। ਮੈਂ ਤਾਂ ਯਾਰ ਲੀਜ਼ੀ ਹਾਂ, ਮੈਂ ਤਾਂ ਹੁਣ ਹਮੇਸ਼ਾ ਤੋਂ ਲੀਜ਼ੀ ਸੀ। ਹਾਂ, ਮੈਂ ਤਾਂ ਤੇ ਇੱਕ ਪੋਜ਼ਿਟਿਵ ਇੰਟਰਡਿਪੈਂਡੈਂਸ ਰੈਦਰ ਜੋ ਸਾਡੇ ਨੇਚਰ ਨੇ ਸਾਨੂੰ ਸਿਖਾਈ ਹੈ ਕਿ ਪਲਾਂਟ ਸਾਨੂੰ ਆਕਸੀਜਨ ਦਿੰਦੇ ਆ, ਅਸੀਂ ਉਹਨਾਂ ਨੂੰ ਕਾਰਬਨ ਡਾਈਆਕਸਾਈਡ ਦਿੰਦੇ, ਇੱਕ ਪੋਜ਼ਿਟਿਵ ਇੰਟਰਡਿਪੈਂਡੈਂਸ ਹੈ। ਮੈਂ ਪੋਜ਼ਿਟਿਵ ਵਰਡ ਇਸ ਕਰਕੇ ਲਾਇਆ ਕਿ ਨੈਗੇਟਿਵ ਨਾ ਹੋਵੇ। ਕਈ ਵਾਰੀ ਆਪਾਂ ਕਲਾਸ 'ਚ ਕੀ ਹੁੰਦਾ, ਬੱਚਾ ਦੂਜੇ ਬੰਦੇ ਬੰਕ ਮਾਰਦੇ ਆ, ਪਰ ਕੋਈ ਇਹ ਨਹੀਂ ਕਹਿੰਦਾ ਕਿ ਯਾਰ ਤੇਰੇ 'ਚ ਟੈਲੈਂਟ ਹੈ, ਤੂੰ ਮਿਹਨਤ ਕਰ, ਸਿੰਸੀਅਰ ਹੋ, right? So that kind of individuality is not an excuse to shed away any responsibility which is being taken these days, right? ਇਹ ਆਪਾਂ ਬੱਚਿਆਂ ਨੂੰ ਵੀ ਹੁਣ ਦੱਸੀਏ ਕਿ ਇਹ ਜ਼ਰੂਰ ਹੈ ਨਾ। ਆਈ ਥਿੰਕ ਮਤਲਬ ਮੈਂ ਤਾਂ ਅਗੇਨ ਆਈ ਫੀਲ, ਮਤਲਬ ਮੈਂ ਹਰ ਫੋਰਮਸ ਤੇ ਬੋਲਿਆ, ਲੋਕੀ ਇੰਡੀਆ ਬਾਰੇ ਗੱਲ ਕਰਦੇ ਆ, ਲੋਕੀ like you have taken that responsibility that you want to make India sustainable. You learned a lesson from a great man like Abdul Kalam Azad ji, and ਉਹਨਾਂ ਨੇ ਤੁਹਾਨੂੰ ਕਿਹਾ ਕਿ you want a happy nation. You want, he wants a nation where women of our country are safe and happy, and you took it, and it was a great lesson to learn. But sometimes you were just 21 then, है ना? Sometimes you don't take that out, people take other lessons from other role models which are not that positive, कि भाई मेरे को ਸਾਡੇ ਗਾਣੇ ਤੁਸੀਂ ਸੁਣ ਲਓ ਅੱਜ ਦੀ ਡੇਟ 'ਚ ਕਿ ਮੇਰੇ ਕੋ ਗੱਡੀ ਆ ਹੋਣੀ ਚਾਹੀਦੀ ਆ, ਹੈ ਨਾ, ਗੱਡੀ ਆਡੀ ਹੋਣੀ ਚਾਹੀਦੀ ਆ, ਬੰਦੂਕ ਹੋਣੀ ਚਾਹੀਦੀ ਆ। So these are the that is the messages. So who are your role models becomes very important. Absolutely, and I think ਵਿਸ਼ਾਲ ਜੀ ultimately it all comes to ਕਿ ਸੱਚ ਕੀ ਹੈ। ਮਤਲਬ ਅਸੀਂ ਨਾ ਸੱਚ ਦੇ ਪਿੱਛੇ ਭੱਜਦੇ ਰਹਿੰਦੇ ਹਾਂ, ਐਂਡ ਆਈ ਥਿੰਕ ਆਰ ਇੰਡੀਵਿਜੁਅਲਿਟੀ ਇਜ਼ ਆਵਰ ਐਕਚੁਅਲ ਟਰੂ ਸੈਂਸ, ਰਾਈਟ? ਐਂਡ ਤੁਹਾਡੀ ਗੱਲ ਬਿਲਕੁਲ ਸਹੀ ਕਹੀ ਹੈ, ਐਂਡ ਆਈ ਥਿੰਕ ਟੁਡੇ ਅਸੀਂ ਇੰਡੀਆ ਬਾਰੇ ਜਦੋਂ ਗੱਲ ਕਰਦੇ ਹਾਂ, ਮਤਲਬ ਲੋਕ ਕਹਿੰਦੇ ਜੀ ਬਿਲੀਅਨ ਪ੍ਰੋਬਲਮਸ ਹੈ, ਮੈਨੂੰ ਤਾਂ ਬਿਲੀਅਨ ਓਪਰਚੁਨਿਟੀਜ਼ ਦਿਖਦੀਆਂ, ਕੁਝ ਵੀ ਬਣਾ ਲਓ ਗਾਹਕ ਹੈ ਨਾ। ਐਂਡ ਆਈ ਫੀਲ ਮੈਂ ਇਹ ਬੜੇ ਫੋਰਮਸ 'ਤੇ ਗੱਲ ਬੋਲੀ, ਐਂਡ ਆਈ ਥਿੰਕ ਦਿਸ ਇਜ਼ ਫॉर ਆਲ ਐਂਟਰਪ੍ਰੀਨਿਓਰਸ, ਆਲ ਪ੍ਰੋਫੈਸ਼ਨਲਸ ਵਿਚ ਇਜ਼ ਲਿਸਨਿੰਗ। ਆਈ ਫੀਲ ਵਿਸ਼ਾਲ ਜੀ, ਐਂਡ ਤੁਸੀਂ ਵੀ ਹੁਣ ਇੰਨਾ ਵਧੀਆ ਕੰਮ ਕਰ ਰਹੇ ਹੋ, ਆਈ ਫੀਲ ਦੈਟ 1970s to 2000 ਤੱਕ ਨਾ ਜੀ, 1990s ਤੱਕ was the era of USA where Dell, Apple, Microsoft, Walmarts of the world were built, ਹੈ ਨਾ। ਟੈਕ ਦਾ ਜ਼ਮਾਨਾ ਸੀ, ਸਿਲਿਕਨ ਐਰਾ ਬਣਿਆ, ਕਮਾਲ ਦਾ ਕੰਮ ਹੋਇਆ। ਮਿਡ 90s ਤੋਂ 2020 ਤੱਕ ਚਾਈਨਾ ਦਾ ਟਾਈਮ ਸੀ, ਤਾਂ ਦਬਾ ਕੇ ਮੈਨੂਫੈਕਚਰਿੰਗ ਹੋਈ। ਜਿਸ ਦਿਨ ਕੋਵਿਡ ਹਿੱਟ ਆਈ ਹੈਵ ਟੋਲਡ ਦਿਸ ਐਟ ਨੰਬਰ ਆਫ ਪਲੈਟਫਾਰਮਸ, ਇੰਡੀਆ ਟਾਈਮ ਹੈ ਸਟਾਰਟਡ। ਮੈਂ ਅੱਜ ਤੁਸੀਂ ਦੇਖ ਰਹੇ ਹੋ ਸਾਰੇ US ਟੈਕ ਕੰਪਨੀਜ਼ ਦੇ CEOs ਆਰ ਦੇਅਰ। ਮੈਂ ਕਿਸੇ ਨੂੰ ਗੱਲ ਕਹੀ 20 ਸਾਲ ਬਾਅਦ ਇਹ ਦੇਖਣਾ ਇੰਡੀਅਨ ਟੈਕ ਕੰਪਨੀਜ਼ ਦੇ ਨਾ ਸ਼ਾਇਦ ਬਾਹਰ ਦੇ CEOs ਹੋਣਗੇ, ਐਂਡ ਇੱਥੇ ਦੀ ਕੰਪਨੀਜ਼ ਹੋਣਗੀਆਂ। ਇੰਡੀਆ ਟਾਈਮ ਹੈ ਸਟਾਰਟਡ। ਤੁਸੀਂ, ਮੈਂ, ਜਿੰਨੇ ਵੀ ਸਾਰਾ ਕਰੂ ਸਾਡਾ, ਆਵਰ ਟਾਈਮ ਇਜ਼ ਹੇਅਰ। ਅਸੀਂ ਰੋਲ ਮਾਡਲ ਬਣਾਇਆ ਹੋਇਆ, ਚੌਂਕਾਂ 'ਤੇ ਵੱਡੀ ਪੋਸਟਰ ਲੱਗਿਆ ਜੀ ਆਇਲਟਸ ਤੋਂ ਬਾਹਰ ਜਾਓ, ਹੈ ਨਾ, ਇਹਨਾਂ ਨੂੰ ਰੋਲ ਮਾਡਲ ਬਣਾਇਆ ਹੋਇਆ। ਬਟ ਜਦ ਤੱਕ ਅਸੀਂ ਆਪਣੇ ਸੂਬੇ 'ਚ ਰਹਿ ਕੇ, ਆਪਣੇ ਦੇਸ਼ ਨੂੰ ਰਹਿ ਕੇ ਨਹੀਂ ਗਿਵ ਬੈਕ ਕਰਾਂਗੇ ਨਾ, ਫਿਰ ਨਾ ਇਹਦੇ ਨੈਵਰ ਐਂਡਿੰਗ ਚੀਜ਼ਾਂ ਇਹ ਸਾਰੀਆਂ। ਆਈ ਫੀਲ ਇਟ ਇਜ਼ ਟਾਈਮ ਆਫ ਇੰਡੀਆ। ਮੈਂ ਨੋ ਡਾਊਟ ਪ੍ਰੋਬਲਮਸ ਹੈ, ਪ੍ਰੋਬਲਮ ਹਰ ਦੇਸ਼ 'ਚ ਹੁੰਦੀ ਹੈ, ਕੋਈ ਐਸੀ ਗੱਲ ਨਹੀਂ ਹੈ। ਮੈਂ ਆਈ ਡੋਂਟ ਵਾਂਟ ਟੂ ਸਾਊਂਡ ਵੈਰੀ ਜਿਵੇਂ super optimistic, but this is reality. Absolutely. And ਆਪਾਂ ਨਹੀਂ ਕਰਾਂਗੇ ਕਿਸ ਨੇ। Let's be optimistic about it, Absolutely. Pessimism will give us nothing. ਕੁਝ ਨਹੀਂ ਦੇਣਾ ਹੈ ਨਾ। ਤੇ I think Simar, I really hope ਕਿ ਸਾਡਾ youth ਤੁਹਾਡੇ ਵਰਗੇ ਲੋਕਾਂ ਨੂੰ ਰੋਲ ਮਾਡਲ ਬਣਾਵੇ, rather than people who are just about giving wrong values. And I really appreciate you coming over here, and I wish you achieve all the ਵਾਹਿਗੁਰੂ ਕਰੇ ਤੁਸੀਂ ਆਪਣੇ ਸਾਰੇ ਡ੍ਰੀਮਸ ਅਚੀਵ ਕਰੋ, ਸਾਰੇ ਆਪਣੇ ਗੋਲਸ ਅਚੀਵ ਕਰੋ, ਐਂਡ ਕੰਟਰੀਬਿਊਟ ਟੁਵਰਡਸ ਦੀ ਸਸਟੇਨੇਬਲ ਇੰਡੀਆ ਐਜ਼ ਯੂ ਹੈਵ ਆਲਰੇਡੀ ਡਿਸਾਈਡਡ। ਥੈਂਕਸ ਅ ਲੋਟ। ਥੈਂਕ ਯੂ ਫॉर ਕਮਿੰਗ। ਓਕੇ।